पंजाबी स्टडी पॉइंट 63 वेख रहे सारे ही व्यूअर्स का इस चैनल ते एक बार फिर बहुत बहुत स्वागत। साडी अज दी वीडियो पंजाब यूनिवर्सिटी चंडीगढ़ दी BA दे पहले समैसटर नाल संबंधित है ते विशा है हिस्टरी ऑफ इंडिया अप टू 1200 ते यह नवें सिलेबस के अकॉर्डिंगली जो यूनिवर्सिटी का निर्धारित किया है ਉਹਦੇ ਅਕੋਰਡਿੰਗਲੀ ਸਿਲੇਬਸ ਦੇ ਵਿੱਚ ਦਰਜ ਹੈਗਾ। ਤੇ ਅਸੀਂ ਅੱਜ ਕਰ ਰਹੇ ਹੈਗੇ ਆ ਤੀਸਰੇ ਯੂਨਿਟ ਦੇ ਵਿੱਚੋਂ ਪ੍ਰਸ਼ਨ 1 ਪ੍ਰਾਚੀਨ ਕਾਲ ਭਾਰਤ ਦੀਆਂ ਸੜਕਾਂ। ਇਸ ਤੋਂ ਪਹਿਲਾਂ ਆਪਾਂ 2 ਯੂਨਿਟ ਲਗਭਗ ਇਸ ਚੈਨਲ ਦੇ ਉੱਤੇ ਅਪਲੋਡ ਕਰ ਚੁੱਕੇ ਹੈਗੇ ਆ ਤੇ ਤੀਸਰਾ ਵੀ ਮੇਰੇ ਖਿਆਲ ਵਿੱਚ ਲਾਸਟ ਕੁਐਸਚਨ ਹੀ ਹੈਗਾ ਆਪਣਾ ਤੇ ਇੱਕ ਜਿਹੜਾ ਹੈ ਯੂਨਿਟ ਰਹਿੰਦਾ ਹੈਗਾ। ਤੇ ਇੱਕ ਮੈਨੂੰ ਡਾਊਟ ਹੈ ਬੇਟਾ ਮੈਨੂੰ ਜ਼ਰੂਰ ਦੱਸਿਓ ਜਿਹੜੇ ਬੱਚਿਆਂ ਨੇ ਵੀਡੀਓਜ਼ ਦੇਖੀਆਂ ਨੇ ਕਿ ਆਪਾਂ ਜਿਹੜਾ ਅਰਥ ਸ਼ਾਸਤਰ ਦਾ ਸਪਤਾਂਗ ਸਿਧਾਂਤ ਹੈ ਉਹ ਕੀਤਾ ਹੈ ਜਾਂ ਨਹੀਂ ਕੀਤਾ। ਜੇ ਨਹੀਂ ਕੀਤਾ ਤਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਉਂਕਿ ਇਹ ਇੱਕ ਇੰਪੋਰਟੈਂਟ ਕੁਐਸਚਨ ਹੈਗਾ ਤੇ ਇਹ ਜ਼ਰੂਰ ਡਿਸਕਸ ਕਰਾਂਗੀ ਮੈਂ ਜੇਕਰ ਨਹੀਂ ਕੀਤਾ ਅਜੇ। ਠੀਕ ਹੈ ਤੇ ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਕੋਈ ਵੀਡੀਓ ਨਹੀਂ ਦੇਖੀ ਤਾਂ ਉਹ ਆਪਣੀ ਪੜ੍ਹਾਈ ਦੇ ਲਈ इस चैनल नूं सबसक्राइब करके इन्हां सारियां वीडियोज़ का लाभ प्राप्त कर सकते हैं ने। अज का क्वेश्चन है प्राचीन काल भारत दी सड़कों के विकास की संखेप जानकारी अते इन्हां दा महत्व दसना है। प्राचीन भारत दे विच सड़कों का निर्माण मनुखता की प्रगति के राह वाल एक पहला कदम सी। हुण सारे जानते हैं कि जिहड़ा असीं एक थां तो दूजी थां जाने तां उहदे लई सानूं कोई ना कोई रस्ता होना चाहिए है फिर ही असी पहुँच सकते हैं। जिस तरह आदि मानव तो मनुख ने हौली 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 तरक्की करते हुए फिर पिंड जिहड़ा है जिस तरह पिंडां तो फिर शहरों वाले इस तरह अगे अगे विकास किया है तो इस तरह जिहड़ा है सड़कों का निर्माण कहने का भाव की है यह मनुख के विकास का एक पहला पड़ाव सीगा। भारत विच सिंधु घाटी की सभ्यता के समय तो ही लोग सड़कों के महत्व तो पूरी तरह जाणू सन। समय के नाल नाल इस विच वधेरे विकास हुंदा चला गया। मौर्य काल के समय सड़कों के निर्माण विच हैरानीजनक वाधा होया। सड़कों के निर्माण कारण लोगों के जीवन विच क्रांतिकारी तब्दीलियां आईयां। तो सब तो पहला असीं लिखांगे कि सड़कों का विकास किस किस जिहड़ा है पड़ाव दे विच किस किस तरह होया हैगा। प्राचीन काल दे विच भारत दे विच सड़कों के निर्माण की संखेप जानकारी इस प्रकार हैगी है। पहला है सिंधु घाटी की सभ्यता। भारत की सब तो प्राचीन सभ्यता सिंधु घाटी की सभ्यता समय विश्व दीयां सब तो प्राचीन सड़कों का निर्माण होया। उस समय शहरों का निर्माण करते हुए सड़कों के निर्माण वाल विशेष ध्यान दिता गया। पूरे शहर विच छोटियां वड्डियां सड़कों का जाल विछिया होया सीगा ते मुख्य सड़कां काफ़ी चौड़ियां हुंदियां सी। यह सड़कां 13 फुट तो लैके 34 फुट तक चौड़ियां हुंदियां सीगियां। ये सारियां सड़कां छोटी छोटियां उप सड़कों के नाल जुड़ियां होईयां सी। ये सड़कां पूर्व तो लैके पश्चिम वाल ते उत्तर तो लैके दक्षिण वाल जांदियां सी। सिट्टे वजों पूरा शहर कई वर्गाकार हिस्सिਆਂ ਦੇ ਵਿੱਚ ਵੰਡਿਆ ਹੁੰਦਾ ਸੀਗਾ। ਭਾਵੇਂ ਇਹ ਸੜਕਾਂ ਕੱਚੀ ਮਿੱਟੀ ਦੀਆਂ ਸਨ ਪਰ ਉਹ ਮਜ਼ਬੂਤ ਹੁੰਦੀਆਂ ਸਨ। ਸੜਕਾਂ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ। ਸੜਕਾਂ ਦੇ ਕੰਢਿਆਂ ਤੇ ਕੂੜੇਦਾਨ ਵੀ ਰੱਖੇ ਜਾਂਦੇ ਸਨ ਜਾਂ ਉੱਥੇ ਟੋਏ ਪੱਟੇ ਹੁੰਦੇ ਸਨ ਜਿੱਥੇ ਕੂੜਾ ਸੁੱਟਿਆ ਜਾਂਦਾ ਸੀ। ਸੜਕਾਂ ਦੇ ਕੰਢੇ ਢਾਲਵੇਂ ਬਣਾਏ ਜਾਂਦੇ ਸੀ ਤਾਂ ਜੋ ਮੀਂਹ ਦਾ ਪਾਣੀ ਉੱਥੇ ਨਾ ਖੜਾ ਹੋਵੇ ਅਤੇ ਸੜਕਾਂ ਉੱਪਰ ਰੌਸ਼ਨੀ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਜਾਂਦਾ ਸੀਗਾ। ਤਾਂ ਹੁਣ ਸਿੱਧੂ ਘਾਟੀ ਦੀ ਸੱਭਿਅਤਾ ਦੀ ਇੱਕ ਸਭ ਤੋਂ ਮਹੱਤਵਪੂਰਨ ਉਦਾਹਰਨ ਕਿਹਾ ਜਾਂਦਾ ਵੀ ਉੱਚਾ ਪਿੰਡ ਸੰਘੋਲ ਹੈ ਨਾ ਜੋ ਕਿ ਸਾਡੇ ਖੰਨੇ ਦੇ ਬਿਲਕੁਲ ਨੇੜੇ ਜਿਹਾ ਹੀ ਆ। ਤਾਂ ਉੱਥੇ ਦੇਖਣ ਤੋਂ ਪਤਾ ਲੱਗਦਾ ਵੀ ਸੜਕਾਂ ਦੇਖੋ ਪੁਰਾਣੀਆਂ ਬਣੀਆਂ ਹੁੰਦੀਆਂ ਉਹਨਾਂ ਨੂੰ ਜੇ ਬਿਲਕੁਲ ਬਦਲ ਤਾਂ ਨਹੀਂ ਸਕਦਾ ਕੋਈ ਵੀ ਤਾਂ ਉਹ ਇਸ ਤਰ੍ਹਾਂ ਹੀ ਬਣੀਆਂ ਹੋਈਆਂ ਨੇ ਅਤੇ ਕਾਫੀ ਜਾਣੀ ਕਹਿਣਾ ਮਤਲਬ ਵਧੀਆ ਹੈਗਾ ਜੋ ਸਾਡਾ ਪੁਰਾਣਾ ਪ੍ਰਬੰਧ ਸੀਗਾ। ਅਤੇ ਮੌਰੀਆ ਕਾਲ ਪ੍ਰਾਚੀਨ ਕਾਲ ਭਾਰਤ ਦਾ ਪਹਿਲਾ ਅਜਿਹਾ ਸਾਮਰਾਜ ਸੀਗਾ ਜਿਸ ਦੇ ਸਮੇਂ ਸੜਕਾਂ ਦੇ ਨਿਰਮਾਣ ਵਿੱਚ ਅਦੁੱਤੀ ਵਿਕਾਸ ਹੋਇਆ। ਮੌਰੀਆ ਸ਼ਾਸਕ ਚੰਦਰਗੁਪਤ ਮੌਰੀਆ ਅਤੇ ਅਸ਼ੋਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀਗੇ ਕਿ ਸਾਮਰਾਜ ਦੀ ਏਕਤਾ ਅਤੇ ਵਪਾਰ ਨੂੰ ਜਿਹੜਾ ਹੈ ਵਧਾਉਣ ਦੇ ਲਈ ਸੜਕਾਂ ਦਾ ਨਿਰਮਾਣ ਕਰਨਾ ਅਤਿ ਜ਼ਰੂਰੀ ਹੈ। ਮਤਲਬ ਜੇ ਆਪਾਂ ਵਪਾਰ ਕਰਨਾ ਹੈ ਤਾਂ ਆਵਾਜਾਈ ਦੇ ਸਾਧਨ ਚੰਗੇ ਹੋਣੇ ਚਾਹੀਦੇ ਨੇ ਅਤੇ
ਆਵਾਜਾਈ ਦੇ ਸਾਧਨ ਵੀ ਤਾਂ ਹੀ ਵਰਤੇ ਜਾ ਸਕਦੇ ਨੇ ਜੇਕਰ ਸੜਕਾਂ ਵਧੀਆ ਹੋਣਗੀਆਂ। ਤਾਂ ਇਹ ਜਿਹੜੇ ਮਤਲਬ ਬਹੁਤ ਹੀ ਸਮਝਦਾਰ ਇਹ ਸ਼ਾਸਕ ਹੋਏ ਨੇ ਚੰਦਰਗੁਪਤ ਮੌਰੀਆ ਅਤੇ ਅਸ਼ੋਕ, ਠੀਕ ਹੈ, ਕਿ ਉਹਨਾਂ ਨੇ ਸੜਕਾਂ ਦਾ ਵਧੀਆ ਸੜਕਾਂ ਦਾ ਨਿਰਮਾਣ ਕਰਵਾਇਆ। ਅਤੇ ਮੌਰੀਆ ਕਾਲ ਦੇ ਵਿੱਚ 3 ਪ੍ਰਮੁੱਖ ਰਾਜਮਾਰਗਾਂ ਦਾ ਨਿਰਮਾਣ ਹੋਇਆ। ਪਹਿਲਾ ਰਾਜਮਾਰਗ ਸਭ ਤੋਂ ਵੱਧ ਪ੍ਰਸਿੱਧ ਸੀ। ਇਹ ਰਾਜਮਾਰਗ ਰਾਜਧਾਨੀ ਪਾਟਲੀਪੁੱਤਰ ਤੋਂ ਤਕਸ਼ਲਾ ਤੱਕ ਜਾਂਦਾ ਸੀ ਅਤੇ ਇਹ 2100 ਕਿਲੋਮੀਟਰ ਲੰਬਾ ਸੀਗਾ। ਇਸ ਨੂੰ ਸ਼ਾਹੀ ਮਾਰਗ ਜਾਂ ਰਾਇਲ ਰੋਡ ਵੀ ਕਿਹਾ ਜਾਂਦਾ ਸੀ। ਦੂਸਰਾ ਰਾਜਮਾਰਗ ਪਾਟਲੀਪੁੱਤਰ ਤੋਂ ਪ੍ਰਯਾਗ ਹੁੰਦਾ ਹੋਇਆ ਉਜੈਨ ਪਹੁੰਚਦਾ ਸੀ ਅਤੇ ਤੀਸਰਾ ਰਾਜਮਾਰਗ ਪਾਟਲੀਪੁੱਤਰ ਤੋਂ ਤਾਮਰਲਿਪਤ ਬੰਦਰਗਾਹ ਨੂੰ ਜੋੜਦਾ ਸੀਗਾ। ਇਹ ਸੜਕਾਂ 9.6 ਮੀਟਰ ਜਾਂ ਉਸ ਤੋਂ ਵੱਧ ਚੌੜੀਆਂ ਹੁੰਦੀਆਂ ਸੀਗੀਆਂ। ਰਾਜਮਾਰਗਾਂ ਅਤੇ ਵਪਾਰੀਆਂ ਦੀ ਸੁਰੱਖਿਆ ਲਈ ਰਾਜ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਸੀ। ਯਾਤਰੀਆਂ ਦੀ ਸਹੂਲਤ ਲਈ ਸੜਕਾਂ 'ਤੇ ਮੀਲ ਪੱਥਰ ਲਗਾਏ ਜਾਂਦੇ ਸੀਗੇ। ਮੀਲ ਪੱਥਰ ਉਹਨਾਂ ਨੂੰ ਕਹਿੰਦੇ ਬੇਟੇ ਜਿੱਥੇ ਲਿਖਿਆ ਹੁੰਦਾ ਵੀ ਇੰਨੇ ਮੀਲ ਹੈ ਅੱਗੇ ਦਿਸ਼ਾਵਾਂ ਹੁੰਦੀਆਂ ਨੇ, ਹੈ ਨਾ, ਵੀ ਇੱਧਰ ਆਹ ਸ਼ਹਿਰ ਆ ਜਾਂ ਆਹ ਪਿੰਡ ਆ, ਹੈ ਨਾ, ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਹੈ ਦੱਸਿਆ ਹੁੰਦਾ ਵੀ ਕਿੰਨੀ ਅੱਗੇ ਉਹਦਾ ਜਿਹੜਾ ਹੈ ਡਿਸਟੈਂਸ ਲਿਖੀ ਹੁੰਦੀ ਹੈ ਨਾ, ਉਹਨੂੰ ਮੀਲ ਪੱਥਰ ਕਹਿੰਦੇ ਹੈਗੇ ਨੇ, ਠੀਕ ਹੈ। ਸੜਕਾਂ 'ਤੇ ਲੱਗੇ ਹੁੰਦੇ ਨੇ। ਤਾਂ ਸੜਕਾਂ ਦੇ ਦੋਨੋਂ ਪਾਸੇ ਰੁੱਖ ਲਗਾਏ ਜਾਂਦੇ ਨੇ ਸੀਗੇ ਅਤੇ ਪੀਣ ਵਾਲੇ ਪਾਣੀ ਲਈ ਖੂਹਾਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਯਾਤਰੀਆਂ ਅਤੇ ਵਪਾਰੀਆਂ ਦੇ ਆਰਾਮ ਲਈ ਵਿਸ਼ੇਸ਼ ਆਰਾਮ ਘਰ ਬਣਾਏ ਜਾਂਦੇ ਸਨ। ਇੱਥੇ ਉਹਨਾਂ ਦੇ ਠਹਿਰਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਸੀ। ਇਹਨਾਂ ਸੜਕਾਂ ਦੀ ਦੇਖਭਾਲ ਲਈ ਇੱਕ ਅਲੱਗ ਵਿਭਾਗ ਦੀ ਸਥਾਪਨਾ ਵੀ ਕੀਤੀ ਗਈ ਸੀ। ਅੱਗੇ ਹੈ ਕੁਸ਼ਾਣ ਕਾਲ। ਉਹ ਕੁਸ਼ਾਣ ਸ਼ਾਸਕ ਵੀ ਸੜਕਾਂ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ, ਇਸ ਲਈ ਉਹਨਾਂ ਨੇ ਸੜਕਾਂ ਦੇ ਨਿਰਮਾਣ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ। ਉਹਨਾਂ ਨੇ ਸੜਕਾਂ ਨੂੰ ਪ੍ਰਸਿੱਧ ਨਗਰਾਂ ਪੁਸ਼ਕਲਾਵਤੀ, ਪੁਰਸ਼ਪੁਰ, ਹਸਤਨਾਪੁਰ, ਮਥੁਰਾ, ਕੋਸਾਂਬੀ, ਤਾਮਲੁਕ, ਉਜੈਨ ਅਤੇ ਨਾਗਾਰਜੁਨ ਤਕੋਡਾ ਦੇ ਨਾਲ ਜੋੜਿਆ। ਬੇਟੇ ਨਾਮ ਨੇ, ਇਹਨਾਂ ਨੂੰ ਯਾਦ ਕਰਨਾ ਪੈਣਾ ਤੁਹਾਨੂੰ, ਠੀਕ ਹੈ, ਵੀ ਇਹ ਜਿਹੜੇ ਪ੍ਰਸਿੱਧ ਸ਼ਹਿਰ ਸੀਗੇ, ਨਗਰ ਸੀਗੇ, ਇਹਨਾਂ ਦੇ ਨਾਲ ਨੂੰ ਜਿਹੜਾ ਸੜਕਾਂ ਦੇ ਨਾਲ ਜੋੜਿਆ ਗਿਆ। ਕੁਸ਼ਾਣ ਸ਼ਾਸਕਾਂ ਨੇ ਸੜਕਾਂ ਨੂੰ ਚੋਰਾਂ ਅਤੇ ਡਾਕੂ ਤੋਂ ਸੁਰੱਖਿਅਤ ਬਣਾਇਆ। ਉਹਨਾਂ ਨੇ ਮੌਰੀਆ ਸ਼ਾਸਕਾਂ ਵਾਂਗ ਹੀ ਯਾਤਰੀਆਂ ਅਤੇ ਵਪਾਰੀਆਂ ਦੀ ਸਹੂਲਤ ਲਈ ਕਈ ਨਵੀਆਂ ਸੜਕਾਂ ਦਾ ਨਿਰਮਾਣ ਕਰਵਾਇਆ ਅਤੇ ਸੜਕ ਦੇ ਦੋਨੇ ਪਾਸੇ ਸ਼ਾਨਦਾਰ ਦਰੱਖਤ ਵੀ ਲਗਵਾਏ। ਕੁਝ ਦੂਰੀ ਬਾਅਦ ਠਹਿਰਨ ਲਈ ਸਰਾਵਾਂ ਦਾ ਨਿਰਮਾਣ ਵੀ ਕੀਤਾ ਗਿਆ, ਜਿਹਨੂੰ ਆਪਾਂ ਰੈਸਟ ਹਾਊਸ ਕਹਿ ਸਕਦੇ ਹੈਗੇ ਹਾਂ। ਅਤੇ ਪੀਣ ਦੇ ਪਾਣੀ ਲਈ ਖੂਹ ਪਟਾਏ ਗਏ। ਸੜਕਾਂ ਉੱਤੇ ਕੂੜਾ ਸਿੱਟਣ ਵਾਲਿਆਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀਗੀ। ਉਸ ਤੋਂ ਬਾਅਦ ਹੈ ਗੁਪਤ ਕਾਲ। ਗੁਪਤ ਸ਼ਾਸਕਾਂ ਅਤੇ ਵਿਸ਼ੇਸ਼ ਤੌਰ 'ਤੇ ਸਮੁੰਦਰਗੁਪਤ ਅਤੇ ਚੰਦਰਗੁਪਤ ਦੂਜੇ ਨੇ ਵਣਜ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਸੜਕਾਂ ਦਾ ਵਧੇਰੇ ਨਿਰਮਾਣ ਕਰਾਇਆ। ਉਹਨਾਂ ਦੀ ਸਭ ਤੋਂ ਜਿਹੜੀ ਹੈਗੀ ਆ, ਉਹਨਾਂ ਦੇ ਸ਼ਾਸਨ ਕਾਲ ਦੇ ਸਮੇਂ ਸਭ ਤੋਂ ਲੰਮਾ ਰਾਜਮਾਰਗ ਰਾਜਧਾਨੀ ਪਾਟਲੀਪੁੱਤਰ ਤੋਂ ਹੁੰਦਾ ਹੋਇਆ ਤਕਸ਼ਲਾ ਅਤੇ ਫਿਰ ਅਫਗਾਨਿਸਤਾਨ ਤੱਕ ਪਹੁੰਚਦਾ ਸੀ। ਉਹਨਾਂ ਦਾ ਇੱਕ ਹੋਰ ਰਾਜਮਾਰਗ ਪਾਟਲੀਪੁੱਤਰ ਤੋਂ ਕੋਸਾਂਬੀ, ਵਿਦਿਸ਼ਾ ਅਤੇ ਉਜੈਨ ਹੁੰਦੇ ਹੋਏ ਪੱਛਮੀ ਤੱਟ 'ਤੇ ਭੜੋਚ ਬੰਦਰਗਾਹ ਤੱਕ ਵੀ ਪਹੁੰਚਦਾ ਸੀ। ਇੱਕ ਹੋਰ ਰਾਜਮਾਰਗ ਪੂਰਬ ਵਿੱਚ ਕਾਸ਼ੀ, ਪਾਟਲੀਪੁੱਤਰ ਤੋਂ ਹੁੰਦਾ ਹੋਇਆ ਬੰਗਾਲ ਵਿੱਚ ਤਾਮਰਲਿਪਤੀ ਬੰਦਰਗਾਹ ਤੱਕ ਪਹੁੰਚਦਾ ਸੀ। ਇਹਨਾਂ ਪ੍ਰਸਿੱਧ ਰਾਜਮਾਰਗਾਂ ਤੋਂ ਇਲਾਵਾ ਕਈ ਹੋਰ ਛੋਟੇ ਛੋਟੇ ਰਾਜਮਾਰਗਾਂ ਦਾ ਵੀ ਨਿਰਮਾਣ ਕੀਤਾ ਗਿਆ, ਜਿਹੜੇ ਕਿ ਰਾਜ ਦੀਆਂ ਪ੍ਰਸਿੱਧ ਮੰਡੀਆਂ ਅਤੇ ਨਗਰਾਂ ਨੂੰ ਆਪਸ ਵਿੱਚ ਜੋੜਦੇ ਸੀ। ਅੱਗੇ ਹੈ ਵਰਧਨ ਕਾਲ। ਤਾਂ ਵਰਧਨ ਸ਼ਾਸਕ ਹਰਸ਼ਵਰਧਨ ਜੋ ਸਭ ਤੋਂ ਮਹੱਤਵਪੂਰਨ ਸੀਗਾ, ਉਸਨੇ ਸੜਕਾਂ ਦੇ ਨਿਰਮਾਣ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ। ਇਸ ਦਾ ਉਦੇਸ਼ ਵੀ ਵਪਾਰ ਨੂੰ ਉਤਸ਼ਾਹਿਤ ਕਰਨਾ ਸੀ। ਇਸ ਕਰਕੇ ਹਰਸ਼ਵਰਧਨ ਨੇ ਰਾਜ ਦੇ ਪ੍ਰਮੁੱਖ ਮਾਰਗਾਂ ਕਨੌਜ, ਥਾਨੇਸ਼ਰ, ਬਨਾਰਸ, ਅਯੁੱਧਿਆ ਅਤੇ ਕੋਸਾਂਬੀ ਆਦਿ ਨੂੰ ਸੜਕ ਮਾਰਗਾਂ ਦੇ ਨਾਲ ਜੋੜਿਆ। ਚੀਨੀ ਯਾਤਰੀ ਹਿਊਨ-ਸਾਂਗ ਲਿਖਦਾ ਹੈ ਕਿ ਵਰਧਨ ਕਾਲ ਵਿੱਚ ਸੜਕਾਂ ਸੁਰੱਖਿਅਤ ਨਹੀਂ ਸਨ। ਯਾਤਰੀਆਂ ਨੂੰ ਹਰ ਸਮੇਂ ਡਾਕੂਆਂ ਦਾ ਡਰ ਲੱਗਿਆ ਰਹਿੰਦਾ ਸੀ। ਖੁਦ ਹਿਊਨ-ਸਾਂਗ ਨੂੰ ਵੀ ਯਾਤਰਾ ਦੇ ਦੌਰਾਨ 2 ਜਾਂ 3 ਵਾਰੀ ਲੁੱਟ ਲਿਆ ਗਿਆ ਸੀ। ਹੁਣ ਹਿਊਨ-ਸਾਂਗ ਕੌਣ ਸੀਗਾ? ਇੱਕ ਚੀਨੀ ਯਾਤਰੀ ਸੀਗਾ ਬੇਟੇ। ਉਹ ਹਰਸ਼ਵਰਧਨ ਕਾਲ ਦੇ ਵਿੱਚ ਭਾਰਤ ਆਇਆ ਸੀ ਅਤੇ ਉਹਨੇ ਇੱਕ ਬੁੱਕ ਵੀ ਲਿਖੀ ਹੈਗੀ ਆ ਅਤੇ ਕਹਿੰਦੇ ਕਿਹਾ ਜਾਂਦਾ ਵੀ ਉਸ ਨੂੰ ਵੀ ਜਿਹੜਾ ਸੜਕਾਂ ਦੇ ਉੱਤੇ ਸਫ਼ਰ ਕਰਦੇ ਹੋਏ ਲੁੱਟ ਲਿਆ ਗਿਆ ਸੀਗਾ। ਭਾਵ ਜਿਹੜੀਆਂ ਸੜਕਾਂ ਨੇ ਉਹ ਵਪਾਰੀਆਂ ਦੇ ਵਪਾਰ ਕਰਨ ਦੇ ਲਈ ਸੁਰੱਖਿਅਤ ਨਹੀਂ ਸੀਗੀਆਂ, ਕੋਈ ਬਹੁਤਾ ਵਧੀਆ ਪ੍ਰਬੰਧ ਨਹੀਂ ਸੀ ਕੀਤਾ ਹੋਇਆ ਉਸ ਸਮੇਂ ਦੇ ਦੌਰਾਨ। ਅੱਗੇ ਹੈ ਰਾਜਪੂਤ ਕਾਲ। ਰਾਜਪੂਤ ਕਾਲ ਵੀ ਸੜਕਾਂ ਦੇ ਨਿਰਮਾਣ ਲਈ ਪ੍ਰਸਿੱਧ ਸੀ। ਭਾਰਤ ਦੇ ਪ੍ਰਮੁੱਖ ਰਾਜਮਾਰਗ ਰਾਜਸਥਾਨ ਤੋਂ ਹੋ ਕੇ ਲੰਘਦੇ ਸੀ। ਰਾਜਪੂਤ ਸ਼ਾਸਕਾਂ ਨੇ ਇਹਨਾਂ ਰਾਜਮਾਰਗਾਂ ਨੂੰ ਹੋਰਾਂ ਸੜਕਾਂ ਅਤੇ ਮੰਡੀਆਂ ਦੇ ਨਾਲ ਜੋੜ ਦਿੱਤਾ। ਉਸ ਸਮੇਂ ਦੇ ਪ੍ਰਸਿੱਧ ਨਗਰਾਂ ਅਜਮੇਰ,
ਨਾਗੌਰ, ਚਿਤੌੜ, ਬਿਆਨਾ, ਭੀਲਵਾੜਾ, ਜੈਪੁਰ, ਜੈਸਲਮੇਰ ਅਤੇ ਜੋਧਪੁਰ ਨੂੰ ਸੜਕ ਮਾਰਗਾਂ ਦੇ ਨਾਲ ਜੋੜਿਆ ਗਿਆ। ਇਹਨਾਂ ਸੜਕਾਂ 'ਤੇ ਵਪਾਰੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਸੀਗੇ ਅਤੇ ਉਹਨਾਂ ਦੀ ਸਹੂਲਤ ਲਈ ਸਰਾਵਾਂ ਵੀ ਬਣਾਈਆਂ ਗਈਆਂ ਅਤੇ ਖੂਹ ਵੀ ਪਟਵਾਏ ਗਏ। ਤਾਂ ਇਹ ਤਾਂ ਸੀਗੀਆਂ ਕੁਝ ਕੁ ਸੜਕਾਂ ਜਿਹੜੀਆਂ 12ਵੀਂ ਸਦੀ ਤੱਕ ਦੇ ਸ਼ਾਸਕਾਂ ਨੇ ਵੱਖੋ ਵੱਖਰੇ ਸਮੇਂ 'ਤੇ ਬਣਵਾਈਆਂ ਹੈਗੀਆਂ ਨੇ। ਅਤੇ ਇਹਦਾ ਜ਼ਿਕਰ ਕਰਨਾ ਆਪਣੇ ਲਈ ਬਹੁਤ ਜ਼ਰੂਰੀ ਹੈਗਾ ਵੀ ਜੇਕਰ ਕਹੇ ਵੀ ਆਵਾਜਾਈ ਦੇ ਸਾਧਨਾਂ ਦੇ ਸੰਬੰਧ ਵਿੱਚ ਕੋਈ ਆਪਾਂ ਨੂੰ ਆਪਣਾ ਪ੍ਰਸ਼ਨ ਆਵੇ ਤਾਂ ਆਪਾਂ ਇਹ ਜ਼ਰੂਰ ਲਿਖਣਾ ਹੈਗਾ ਵੀ ਕਿਹੜੀਆਂ ਕਿਹੜੀਆਂ ਸੜਕਾਂ ਕਿਸ ਨੇ ਬਣਵਾਈਆਂ ਨੇ। ਇਹ ਚੰਗੀ ਤਰ੍ਹਾਂ ਯਾਦ ਕਰਨਾ ਹੈਗਾ ਬੇਟੇ। ਅਤੇ ਹੁਣ ਅਗਲੀ ਗੱਲ ਹੈ ਵੀ ਸੜਕਾਂ ਦਾ ਮਹੱਤਵ ਕੀ ਆ। ਪ੍ਰਾਚੀਨ ਕਾਲ ਭਾਰਤ ਦੀਆਂ ਸੜਕਾਂ ਨੇ ਅਨੇਕਾਂ ਖੇਤਰਾਂ ਦੇ ਵਿੱਚ ਯੋਗਦਾਨ ਦਿੱਤਾ ਅਤੇ ਇਹਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ। ਆਵਾਜਾਈ ਦੇ ਸਾਧਨਾਂ ਦਾ ਵਿਕਾਸ। ਪ੍ਰਾਚੀਨ ਕਾਲ ਵਿੱਚ ਸੜਕਾਂ ਦੇ ਨਿਰਮਾਣ ਕਰਕੇ ਆਵਾਜਾਈ ਦੇ ਸਾਧਨਾਂ ਦਾ ਬਹੁਤ ਵਿਕਾਸ ਹੋਇਆ। ਇਸ ਕਰਕੇ ਯਾਤਰੀਆਂ ਲਈ ਇੱਕ ਸਥਾਨ ਤੋਂ ਦੂਜੇ ਸਥਾਨ ਜਾਂ ਦੂਰ ਦੁਰਾਡੇ ਦੇ ਖੇਤਰਾਂ ਤੱਕ ਪਹੁੰਚਣਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਯਾਤਰੀਆਂ ਲਈ ਹੁਣ ਆਪਣੀ ਮਨਪਸੰਦ ਦੇ ਸੈਰ ਸਪਾਟਾ ਕਰਨ ਵਾਲੇ ਸਥਾਨਾਂ ਅਤੇ ਤੀਰਥ ਸਥਾਨਾਂ 'ਤੇ ਜਾਣਾ ਵੀ ਸੁਖਾਲਾ ਹੋ ਗਿਆ। ਇਸ ਦਾ ਕਾਰਨ ਇਹ ਸੀ ਕਿ ਸੜਕਾਂ ਦੇ ਨਿਰਮਾਣ ਕਾਰਨ ਆਵਾਜਾਈ ਦੇ ਸਾਧਨ ਤੇਜ਼ ਰਫ਼ਤਾਰ ਦੇ ਨਾਲ ਆਪਣੀ ਮੰਜ਼ਿਲ ਵੱਲ ਵੱਧ ਸਕਦੇ ਸਨ। ਮਤਲਬ ਕਹਿਣ ਦਾ ਭਾਵ ਕੀ ਹੈ, ਸੜਕਾਂ ਦਾ ਨਿਰਮਾਣ ਹੋਇਆ ਤਾਂ ਆਵਾਜਾਈ ਦੇ ਸਾਧਨ ਵੀ ਉਸ ਢੰਗ ਨਾਲ ਹੀ ਵਧੇ ਅਤੇ ਜਿਸ ਦੇ ਨਾਲ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਬੜਾ ਸੌਖਾ ਹੋਣ ਲੱਗ ਪਿਆ। ਆਰਥਿਕ ਪ੍ਰਭਾਵ। ਸੜਕਾਂ ਦੇ ਨਿਰਮਾਣ ਕਰਕੇ ਦੇਸ਼ ਦੇ ਪ੍ਰਸਿੱਧ ਨਗਰਾਂ, ਰਾਜਮਾਰਗਾਂ, ਮੰਡੀਆਂ ਅਤੇ ਬੰਦਰਗਾਹਾਂ ਨੂੰ ਆਪਸ ਦੇ ਵਿੱਚ ਜੋੜਿਆ ਗਿਆ। ਇਸ ਕਰਕੇ ਅਨੇਕਾਂ ਅੰਤਰਰਾਸ਼ਟਰੀ ਵਪਾਰਕ ਮਾਰਗ ਵੀ ਹੋਂਦ ਵਿੱਚ ਆਏ, ਜਿਸ ਦੇ ਸਿੱਟੇ ਵਜੋਂ ਭਾਰਤ ਦੇ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਵਿੱਚ ਹੈਰਾਨੀਜਨਕ ਵਾਧਾ ਹੋਇਆ। ਇਸ ਕਾਰਨ ਭਾਰਤ ਨਾ ਕੇਵਲ ਆਰਥਿਕ ਤੌਰ 'ਤੇ ਮਜ਼ਬੂਤ ਹੋਇਆ, ਸਗੋਂ ਇੰਨਾ ਹੁਸ਼ਿਆਰ ਹੋ ਗਿਆ ਕਿ ਉਹ ਵਿਸ਼ਵ ਵਿੱਚ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਸੰਸਕ੍ਰਿਤਿਕ ਅਦਲਾ ਬਦਲੀ। ਹੁਣ ਕਲਚਰਲ ਐਕਸਚੇਂਜ ਹੈ ਜਿਹੜਾ, ਉਸ ਦਾ ਕਾਰਨ ਵੀ ਜਿਹੜਾ ਹੈ ਇਹ ਸੜਕਾਂ ਦੇ ਕਰਕੇ ਹੀ ਸੰਭਵ ਹੋਇਆ। ਸੜਕਾਂ ਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਇਸ ਨੇ ਸੰਸਕ੍ਰਿਤਿਕ ਅਦਲਾ ਬਦਲੀ ਵਿੱਚ ਅਹਿਮ ਭੂਮਿਕਾ ਨਿਭਾਈ। ਲੋਕ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣ ਲੱਗੇ। ਅਨੇਕਾਂ ਵਪਾਰੀ ਦੂਜੇ ਦੇਸ਼ਾਂ ਵਿੱਚ ਵੀ ਗਏ ਅਤੇ ਇਸੇ ਕਰਕੇ ਉਹਨਾਂ ਨੇ ਭਾਰਤੀ ਸੰਸਕ੍ਰਿਤੀ ਦਾ ਵਿਦੇਸ਼ਾਂ ਵਿੱਚ ਪ੍ਰਸਾਰ ਕੀਤਾ ਅਤੇ ਉੱਥੋਂ ਦੀ ਸੰਸਕ੍ਰਿਤੀ ਦੇ ਕੁਝ ਗੁਣਾਂ ਨੂੰ ਅਪਣਾਇਆ ਵੀ ਅਤੇ ਉਹ ਜਦੋਂ ਭਾਰਤ ਵਾਪਸ ਆਏ ਅਤੇ ਉਹ ਇਹਨਾਂ ਗੁਣਾਂ ਨੂੰ ਭਾਰਤ ਵਿੱਚ ਵੀ ਲੈ ਕੇ ਆਏ। ਤੀਸਰਾ ਪ੍ਰਭਾਵ ਸੀ ਸੜਕਾਂ ਦਾ ਸਿੱਖਿਆ ਨੂੰ ਜਿਹੜਾ ਹੈ ਵਧਾਵਾ ਦੇਣਾ, ਠੀਕ ਹੈ, ਜਾਂ ਉਹਨੂੰ ਵਧਾਉਣਾ, ਠੀਕ ਹੈ। ਸੜਕਾਂ ਦੇ ਨਿਰਮਾਣ ਕਰਕੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ। ਇਸ ਕਰਕੇ ਭਾਰਤ ਵਿੱਚ ਉਚੇਰੀ ਸਿੱਖਿਆ ਨੂੰ ਬਹੁਤ ਪ੍ਰੋਤਸਾਹਨ ਮਿਲਿਆ। ਭਾਰਤ ਦੇ ਅਨੇਕਾਂ ਖੇਤਰਾਂ ਵਿੱਚ ਅਨੇਕਾਂ ਯੂਨੀਵਰਸਿਟੀਆਂ ਦੀ ਸਥਾਪਨਾ ਹੋਈ। ਇਹਨਾਂ ਵਿੱਚ ਨਾਲੰਦਾ ਯੂਨੀਵਰਸਿਟੀ, ਤਕਸ਼ਿਲਾ ਯੂਨੀਵਰਸਿਟੀ, ਬੱਲਵੀ ਯੂਨੀਵਰਸਿਟੀ ਅਤੇ ਵਿਕਰਮਸ਼ਿਲਾ ਯੂਨੀਵਰਸਿਟੀ ਆਦਿ ਦੀ ਸਥਾਪਨਾ ਹੋਈ ਅਤੇ ਇਹ ਯੂਨੀਵਰਸਿਟੀਆਂ ਵਿਸ਼ਵ ਦੇ ਵਿੱਚ ਪ੍ਰਸਿੱਧ ਹੋ ਗਈਆਂ। ਇਹਨਾਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਲਈ ਦੇਸ਼ ਅਤੇ ਵਿਦੇਸ਼ਾਂ ਦੇ ਵਿਦਿਆਰਥੀਆਂ ਦੀ ਹੋੜ ਲੱਗੀ ਰਹਿੰਦੀ ਸੀ ਅਤੇ ਇੱਥੇ ਸਿੱਖਿਆ ਪ੍ਰਾਪਤ ਕਰਨਾ ਬੜਾ ਗੌਰਵਸ਼ਾਲੀ ਸਮਝਿਆ ਜਾਂਦਾ ਸੀ। ਇਹ ਕੀ ਸੀਗਾ, ਜਿਹੜਾ ਸੜਕਾਂ ਦੇ ਵਿਕਾਸ ਕਰਕੇ ਹੀ ਸੰਭਵ ਹੋਇਆ। ਰੁਜ਼ਗਾਰ ਨੂੰ ਉਤਸ਼ਾਹ ਮਿਲਣਾ। ਸੜਕਾਂ ਦੇ ਨਿਰਮਾਣ ਦੇ ਨਾਲ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਸੜਕਾਂ ਦੇ ਨਿਰਮਾਣ ਦੇ ਸਿੱਟੇ ਵਜੋਂ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਦੀ ਲੋੜ ਪਈ ਅਤੇ ਇਸ ਕਰਕੇ ਕਈ ਲੋਕ ਇਹਨਾਂ ਦੇ ਨਿਰਮਾਣ ਵਿੱਚ ਜੁਟ ਪਏ। ਪਹਿਲਾਂ ਤਾਂ ਦੇਖੋ ਸੜਕਾਂ ਬਣਾਉਣ ਦੇ ਲਈ ਰੁਜ਼ਗਾਰ ਮਿਲਿਆ, ਫਿਰ ਉਸ ਤੋਂ ਬਾਅਦ ਆਵਾਜਾਈ ਦੇ ਸਾਧਨ ਦਾ ਵਿਕਾਸ ਹੋਇਆ, ਫਿਰ ਉਹਦੇ 'ਚ ਰੁਜ਼ਗਾਰ ਮਿਲਿਆ ਲੋਕਾਂ ਨੂੰ, ਠੀਕ ਹੈ। ਅਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਅਨੇਕਾਂ ਮੰਡੀਆਂ ਅਤੇ ਨਗਰਾਂ ਦਾ ਨਿਰਮਾਣ ਕਰਨ ਦੇ ਲਈ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਰੁਜ਼ਗਾਰ ਮਿਲਿਆ। ਇਸ ਤੋਂ ਇਲਾਵਾ ਸ਼ਹਿਰਾਂ ਦੇ ਵਿੱਚ ਸਥਿਤ ਉਦਯੋਗਾਂ ਦੇ ਵਿੱਚ ਵੀ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਨਿਰਸੰਦੇਹ ਰੁਜ਼ਗਾਰ ਪ੍ਰਾਪਤ ਹੋਣ ਕਰਕੇ ਹੀ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਅਨੇਕਾਂ ਹੀ ਤਬਦੀਲੀਆਂ ਆਈਆਂ। ਅੱਗੇ ਹੈ ਸਿਹਤ ਸਹੂਲਤਾਂ। ਹੁਣ ਸੜਕਾਂ ਦੇ ਨਿਰਮਾਣ ਤੋਂ ਪਹਿਲਾਂ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਘੱਟ ਸਿਹਤ ਸਹੂਲਤਾਂ ਉਪਲਬਧ ਹੁੰਦੀਆਂ ਸੀ। ਜਦੋਂ ਕੋਈ ਭਿਅੰਕਰ ਬਿਮਾਰੀ ਜਿਵੇਂ ਹੈਜ਼ਾ, ਪਲੇਗ, ਤਪਦਿਕ ਆਦਿ ਫੈਲ ਜਾਂਦੀਆਂ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਜਾਂਦੀ ਸੀ ਅਤੇ ਸੜਕਾਂ ਦਾ ਨਿਰਮਾਣ ਹੋ ਜਾਣ ਕਰਕੇ ਇਹਨਾਂ ਖੇਤਰਾਂ ਦੇ ਲੋਕ ਸ਼ਹਿਰਾਂ ਵਿੱਚ ਜਾਣ ਲੱਗੇ ਜਿੱਥੇ ਸਿਹਤ ਸਹੂਲਤਾਂ ਆਸਾਨੀ ਨਾਲ ਮਿਲ ਜਾਂਦੀਆਂ ਸਨ। ਇਸ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕਿਆ। ਅੱਗੇ ਹੈ ਸੈਨਾ ਲਈ ਸਹਾਇਤਾ, ਮਤਲਬ ਆਰਮੀ ਦੇ ਲਈ ਵੀ ਜਿਹੜਾ ਸੜਕਾਂ ਦਾ ਨਿਰਮਾਣ ਬੜਾ ਹੀ ਸਹਾਇਕ ਹੋਇਆ। ਉਹ ਕਿਵੇਂ? ਸੜਕਾਂ ਦਾ ਨਿਰਮਾਣ ਸੈਨਾ ਲਈ ਵੀ ਬੜਾ ਸਹਾਇਕ ਸੀਗਾ।
ਇਹਨਾਂ ਕਰਕੇ ਸੈਨਾ ਲਈ ਤੇ ਉਹਨਾਂ ਦੇ ਸਾਜ਼ੋ ਸਮਾਨ ਲਈ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਕੇ ਜਾਣਾ ਬੜਾ ਆਸਾਨ ਹੋ ਗਿਆ। ਹੁਣ ਪਹਿਲਾਂ ਨਾਲੋਂ ਘੱਟ ਸਮੇਂ ਦੇ ਵਿੱਚ ਸੈਨਾ ਯੁੱਧ ਦੇ ਮੈਦਾਨ ਵਿੱਚ ਪਹੁੰਚ ਜਾਂਦੀ ਸੀ, ਜਿਸ ਕਰਕੇ ਉਸ ਲਈ ਆਪਣੇ ਦੁਸ਼ਮਣ ਨੂੰ ਹਰਾਉਣਾ ਸੁਖਾਲਾ ਹੋ ਗਿਆ। ਕਹਿਣ ਦਾ ਮਤਲਬ ਕੀ ਹੈ, ਸੜਕਾਂ ਦੇ ਵਿਕਾਸ ਦੇ ਨਾਲ ਹਰ ਖੇਤਰ ਦੇ ਵਿੱਚ ਵਿਕਾਸ ਹੋਇਆ, ਜੋ ਕਿ ਦੇਸ਼ ਦੀ ਤਰੱਕੀ ਦੇ ਲਈ ਵੀ ਬਹੁਤ ਸਹਾਇਕ ਸੀਗਾ। ਅਤੇ ਇਹ ਤਾਂ ਸੀ ਆਪਣਾ ਪਹਿਲਾ ਪ੍ਰਸ਼ਨ ਕਿ ਸੜਕਾਂ ਦਾ ਜਿਹੜਾ ਹੈ ਨਿਰਮਾਣ ਕਿਵੇਂ ਕਿਵੇਂ ਹੋਇਆ, ਕਿਸ ਬਾਦਸ਼ਾਹ ਦੇ ਸਮੇਂ ਦੇ ਵਿੱਚ ਹੋਇਆ, ਅਤੇ ਦੂਸਰਾ ਹੈ ਸੀ ਇਹਨਾਂ ਦਾ ਪ੍ਰਭਾਵ ਕੀ ਹੋਇਆ। ਅਤੇ ਅਗਲਾ ਜੋ ਸਾਡਾ ਕੁਐਸਚਨ ਹੈ ਉਹ ਹੈ ਆਵਾਜਾਈ ਦੇ ਸਾਧਨ ਕਿਹੜੇ ਸੀਗੇ ਪੁਰਾਣੇ ਸਮੇਂ ਦੇ ਵਿੱਚ। ਇਹ ਬੜਾ ਮਹੱਤਵਪੂਰਨ ਪ੍ਰਸ਼ਨ ਹੈਗਾ ਬੇਟੇ। ਪ੍ਰਾਚੀਨ ਕਾਲ ਦੇ ਵਿੱਚ ਭਾਰਤ ਵਿੱਚ ਆਵਾਜਾਈ ਦੇ ਪ੍ਰਮੁੱਖ ਸਾਧਨਾਂ ਦਾ ਵਰਣਨ ਕਰਨਾ ਹੈ, ਜਾਂ ਫਿਰ ਭਾਰਤ ਵਿੱਚ ਪ੍ਰਚਲਿਤ ਜਲ ਅਤੇ ਥਲ ਮਾਰਗਾਂ ਬਾਰੇ ਚਾਨਣਾ ਦਿਓ। ਹੁਣ ਜਲ ਅਤੇ ਥਲ ਮਾਰਗਾਂ ਦਾ ਕੀ ਮਤਲਬ, ਜਲ ਦਾ ਮਤਲਬ, ਥਲ ਦਾ ਮਤਲਬ ਕੀ ਹੈ ਵੀ ਸੜਕੀ, ਠੀਕ ਹੈ, ਸਾਧਨ ਸੀਗੇ ਜਿਹੜੇ ਆਵਾਜਾਈ ਦੇ ਸਾਧਨ ਸੜਕ 'ਤੇ ਜੋ ਚੱਲਦੇ ਸੀ ਉਹ ਕਿਹੜੇ ਕਿਹੜੇ ਸੀ, ਅਤੇ ਸਮੁੰਦਰ ਦੇ ਵਿੱਚ ਕਿਹੜੇ ਕਿਹੜੇ ਸਾਧਨਾਂ ਦੁਆਰਾ ਸਫ਼ਰ ਕੀਤਾ ਜਾ ਸਕਦਾ ਸੀਗਾ। ਪ੍ਰਾਚੀਨ ਕਾਲ ਦੇ ਵਿੱਚ ਭਾਰਤ ਵਿੱਚ ਆਵਾਜਾਈ ਦੇ ਜਲ ਅਤੇ ਥਲ ਦੇ ਅਨੇਕਾਂ ਸਾਧਨ ਸੀਗੇ। ਇਹ ਸਾਧਨ ਸਮੇਂ ਦੇ ਨਾਲ ਨਾਲ ਵਿਕਸਿਤ ਹੋਏ ਅਤੇ ਮਨੁੱਖ ਤਰੱਕੀ ਦੇ ਰਾਹ 'ਤੇ ਅੱਗੇ ਵਧਿਆ। ਅਤੇ ਇਹਨਾਂ ਸਾਧਨਾਂ ਦਾ ਆਪਾਂ ਵਰਣਨ ਇਸ ਪ੍ਰਕਾਰ ਕਰ ਸਕਦੇ ਹੈਗੇ ਹਾਂ। ਆਵਾਜਾਈ ਦੇ ਥਲ ਸਾਧਨ, ਠੀਕ ਹੈ, ਮੀਨਸ ਆਫ ਲੈਂਡ ਟਰਾਂਸਪੋਰਟੇਸ਼ਨ। ਸਭ ਤੋਂ ਪਹਿਲਾਂ ਹੈ ਬੈਲ ਗੱਡੀਆਂ। ਇਹ ਜਿਵੇਂ ਜਿਵੇਂ ਮਨੁੱਖ ਤਰੱਕੀ ਕਰੀ ਗਿਆ ਉਸ ਤਰੀਕੇ ਦੇ ਨਾਲ ਅੱਗੋਂ ਅੱਗੋਂ ਜਿਹੜਾ ਹੈ ਚੀਜ਼ਾਂ ਵਿਕਸਿਤ ਹੁੰਦੀਆਂ ਗਈਆਂ। ਪ੍ਰਾਚੀਨ ਕਾਲ ਭਾਰਤ ਵਿੱਚ ਆਵਾਜਾਈ ਦਾ ਸਭ ਤੋਂ ਪੁਰਾਣਾ ਅਤੇ ਮਹੱਤਵਪੂਰਨ ਸਾਧਨ ਕੀ ਸੀਗਾ, ਬੈਲ ਗੱਡੀਆਂ, ਭਾਵ ਬਲਦਾਂ ਨਾਲ ਚੱਲਣ ਵਾਲੀਆਂ ਗੱਡੀਆਂ ਸੀਗੀਆਂ। ਹੁਣ ਵੀ ਮਿਲਦੀਆਂ ਨੇ, ਐ ਨਹੀਂ ਹੈ, ਪਿੰਡਾਂ ਦੇ ਵਿੱਚ ਮਿਲਦੀਆਂ ਹੈਗੀਆਂ ਨੇ। ਭਾਵੇਂ ਬੈਲ ਗੱਡੀਆਂ ਦੀ ਗਤੀ ਬਹੁਤ ਘੱਟ ਸੀ, ਪਰ ਉਸਦੀ ਸਮਾਨ ਢੋਣ ਦੀ ਜਿਹੜੀ ਸਮਰੱਥਾ ਸੀ ਉਹ ਜ਼ਿਆਦਾ ਹੁੰਦੀ ਸੀ। ਇਸ ਤੋਂ ਇਲਾਵਾ ਇਹ ਸਮਾਨ ਢੋਣ ਦਾ ਸਭ ਤੋਂ ਸਸਤਾ ਸਾਧਨ ਸੀਗਾ। ਹੁਣ ਕਹਿਣ ਦਾ ਭਾਵ ਕੀ ਹੈ ਵੀ ਕੋਈ ਪੈਟਰੋਲ ਨਹੀਂ, ਕੋਈ ਡੀਜ਼ਲ ਨਹੀਂ, ਕੋਈ ਕੁਛ ਨਹੀਂ, ਸਿਰਫ ਬਲਦ ਨੇ ਜਿਹੜੇ ਬਸ ਉਹਨਾਂ ਨੂੰ ਖੁਰਾਕ ਦੇਣੀ ਹੁੰਦੀ ਸੀ। ਉਹਦੇ ਨਾਲ ਜਿਹੜਾ ਹੈ ਇੱਕ ਬੰਦਾ ਉਹਨੂੰ ਚਲਾਉਣ ਲਈ ਚਾਹੀਦਾ ਹੁੰਦਾ ਸੀਗਾ, ਠੀਕ ਹੈ, ਸਭ ਤੋਂ ਸਸਤਾ ਸਾਧਨ ਹੁੰਦਾ ਸੀ। ਇਸ ਕਰਕੇ ਜਾਤਕ ਗ੍ਰੰਥਾਂ ਦੇ ਵਿੱਚ ਜ਼ਮੀਨੀ ਆਵਾਜਾਈ ਦੇ ਸਾਧਨਾਂ ਵਿੱਚ ਬੈਲ ਗੱਡੀਆਂ ਦਾ ਵਾਰ-ਵਾਰ ਵਰਣਨ ਕੀਤਾ ਗਿਆ ਹੈ। ਇਹਨਾਂ ਵਿੱਚ ਦੱਸਿਆ ਗਿਆ ਹੈ ਕਿ ਵੱਡੇ ਵੱਡੇ ਵਪਾਰੀ ਵਪਾਰ ਦੇ ਉਦੇਸ਼ ਨਾਲ ਬੈਲ ਗੱਡੀਆਂ ਦੀ ਵਰਤੋਂ ਕਰਦੇ ਸੀਗੇ। ਕਈ ਥਾਵਾਂ 'ਤੇ 500 ਬੈਲ ਗੱਡੀਆਂ ਦੇ ਆਉਣ ਜਾਣ ਦਾ ਵਰਣਨ ਵੀ ਮਿਲਦਾ। ਹੁਣ ਕਾਰਨ ਕੀ ਆ ਵੀ ਜਿਹੜੇ ਵਪਾਰੀ ਸੀਗੇ ਜੱਥਿਆਂ ਦੇ ਵਿੱਚ, ਕਾਫਲਿਆਂ ਦੇ ਵਿੱਚ ਹੀ ਸਫ਼ਰ ਕਰਨ ਜਾਂਦੇ ਸੀ। ਕਾਰਨ ਸੀਗਾ ਵੀ ਉਹਨਾਂ ਨੂੰ ਚੋਰਾਂ ਤੋਂ ਡਰ ਲੱਗਦਾ ਸੀ ਵੀ, ਅਤੇ ਇਕੱਠੇ ਰਲ ਕੇ ਉਹ ਸਫ਼ਰ ਕਰਦੇ ਸੀਗੇ। ਇਸ ਕਰਕੇ ਇਕੱਠੇ ਹੀ ਬੈਲ ਗੱਡੀਆਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸੀਗੇ। ਵਪਾਰੀ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜੰਗਲਾਂ, ਪਹਾੜਾਂ, ਖਤਰਨਾਕ ਰਸਤਿਆਂ, ਜੰਗਲੀ ਜਾਨਵਰਾਂ ਅਤੇ ਚੋਰਾਂ ਡਾਕੂਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਅਤੇ ਕਾਰਵਾਂ ਵਿੱਚ ਜਾਣ ਕਾਰਨ ਨਾਲ ਵਪਾਰੀ ਸੁਰੱਖਿਅਤ ਮਹਿਸੂਸ ਕਰਦੇ ਸਨ। ਕਾਰਵਾਂ ਦਾ ਮਤਲਬ ਇੱਥੇ ਕਾਫਲਾ ਹੈਗਾ, ਠੀਕ ਹੈ। ਲੰਬੀ ਦੂਰੀ ਤੱਕ ਜਾਣ ਵਾਲੇ ਵਪਾਰੀ ਰਾਹ ਵਿੱਚ ਆਰਾਮ ਕਰਕੇ ਜਾਂਦੇ ਸੀ। ਬੈਲ ਗੱਡੀਆਂ ਵਿੱਚ ਜੋੜੇ ਹੋਏ ਬੈਲਾਂ ਨੂੰ ਵੀ ਆਰਾਮ ਮਿਲਦਾ ਸੀ, ਅਤੇ ਚਾਰਾ ਉਹਦੀ ਲੋੜ ਹੁੰਦੀ ਸੀ। ਚਾਰਾ ਮਤਲਬ ਉਹਨਾਂ ਦਾ ਪੱਠੇ ਵਗੈਰਾ, ਠੀਕ ਹੈ। ਵਪਾਰੀ ਆਪਣੀ ਅਤੇ ਮਾਲ ਦੀ ਸੁਰੱਖਿਆ ਲਈ ਆਪਣੇ ਕਾਫਲੇ ਨਾਲ ਕੁਝ ਸੁਰੱਖਿਆ ਕਰਮੀ ਵੀ ਲੈ ਕੇ ਜਾਂਦੇ ਸੀ, ਅਤੇ ਇਹਨਾਂ ਨੂੰ ਵਪਾਰੀ ਆਪਣੀਆਂ ਸ਼ਰਤਾਂ ਨਾਲ ਹੀ ਨਿਯੁਕਤ ਕਰਦੇ ਸੀਗੇ। ਅਤੇ ਜਾਤਕ ਕਾਲੀਨ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਬੈਲ ਗੱਡੀਆਂ ਦਾ ਵਰਣਨ ਮਿਲਦਾ ਹੈ। ਕੁਝ ਬੈਲ ਗੱਡੀਆਂ ਦੀ ਵਰਤੋਂ ਸਮਾਨ ਦੀ ਢੋਆ ਢੋਆਈ ਲਈ ਕੀਤੀ ਜਾਂਦੀ ਸੀ, ਅਤੇ ਕੁਝ ਹੋਰਾਂ ਦੀ ਵਰਤੋਂ ਲੋਕਾਂ ਨੂੰ ਇੱਕ ਥਾਂ ਤੋਂ ਦੂਜੇ ਸਥਾਨ 'ਤੇ ਲੈ ਜਾਣ ਲਈ ਵੀ ਕੀਤੀ ਜਾਂਦੀ ਸੀ। ਅਤੇ ਪਹਿਲੀ ਤਰ੍ਹਾਂ ਦੀਆਂ ਬੈਲ ਗੱਡੀਆਂ ਨੂੰ ਮਾਲ ਵਾਹਕ, ਅਤੇ ਦੂਜੀ ਤਰ੍ਹਾਂ ਦੀਆਂ ਬੈਲ ਗੱਡੀ ਨੂੰ ਸਵਾਰੀ ਵਾਲੀ ਬੈਲ ਗੱਡੀ ਕਹਿਣਾ ਮਤਲਬ ਇਹ ਹੋਣੇ ਹੀ ਨਹੀਂ। ਅਸੀਂ ਕਹਿੰਦੇ ਹੈਗੇ ਆ ਵੀ ਨਾ ਵੀ ਜਿਵੇਂ ਟ੍ਰੇਨਸ ਹੁੰਦੀਆਂ ਨੇ ਹੈ ਨਾ, ਉਹਦੇ ਵਿੱਚ ਵੀ ਹੁੰਦਾ ਨਾ ਵੀ ਸਵਾਰੀਆਂ ਵਾਲੀ ਟ੍ਰੇਨ ਅਲੱਗ ਹੁੰਦੀ ਆ ਅਤੇ ਦੂਸਰੀ ਅਲੱਗ ਹੁੰਦੀ ਆ। ਇਸ ਤਰ੍ਹਾਂ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਸੀ, ਠੀਕ ਆ। ਸਵਾਰੀ ਕਰਨ ਵਾਲੀਆਂ ਕੁਝ ਬੈਲ ਗੱਡੀਆਂ ਵਿੱਚ ਪਰਦੇ ਵੀ ਲੱਗੇ ਹੁੰਦੇ ਸੀਗੇ। ਖਿਆਲ ਕੀਤਾ ਜਾਂਦਾ ਹੈ ਕਿ ਇਹਨਾਂ ਵਿੱਚ ਇਸਤਰੀਆਂ ਜਾਂ ਕੁਲੀਨ ਵਿਅਕਤੀ ਯਾਤਰਾ ਕਰਦੇ ਹੋਣਗੇ। ਰਮਾਇਣ ਕਾਲ ਦੇ ਵਿੱਚ ਵੀ ਆਵਾਜਾਈ ਲਈ ਬੈਲ ਗੱਡੀਆਂ ਦੀ ਵਰਤੋਂ ਦਾ ਵਰਣਨ ਮਿਲਦਾ ਹੈ, ਠੀਕ ਹੈ। ਅਤੇ ਬੈਲ ਗੱਡੀਆਂ ਜਿਨ੍ਹਾਂ ਵਿੱਚ ਸਵਾਰੀਆਂ ਇੱਕ ਸਥਾਨ ਤੋਂ ਦੂਜੇ ਥਾਂ ਜਾਂਦੀਆਂ ਸੀ ਨੂੰ ਸਕਟ ਕਿਹਾ ਜਾਂਦਾ ਸੀ। ਰਮਾਇਣ ਵਿੱਚ ਇੱਕ ਸਥਾਨ 'ਤੇ ਇਹ ਵਰਣਨ ਮਿਲਦਾ ਹੈ ਕਿ ਜਦੋਂ ਰਾਮ ਚੰਦਰ ਜੀ ਵਿਸ਼ਵਾਮਿੱਤਰ ਜੀ ਨਾਲ ਮਿਥਿਲਾ ਗਏ ਸੀਗੇ ਤਾਂ ਉਹਨਾਂ ਨਾਲ 100 ਸਕਟਾਂ ਵਿੱਚ ਬੈਠ ਕੇ ਕੁਝ ਸਾਧੂ ਵੀ ਗਏ ਸੀ। ਇਹਨਾਂ ਗੱਡੀਆਂ ਨੂੰ ਬੈਲਾਂ ਤੋਂ ਇਲਾਵਾ ਘੋੜੇ ਅਤੇ ਖੱਚਰਾਂ ਦੁਆਰਾ ਵੀ ਖਿੱਚਿਆ ਜਾਂਦਾ ਸੀ। ਇਸ ਤਰ੍ਹਾਂ ਦੀਆਂ ਗੱਡੀਆਂ ਦੀ ਵਰਤੋਂ ਮਾਲ ਦੀ ਢੋਆ ਢੁਆਈ ਲਈ ਵੀ ਕੀਤੀ ਜਾਂਦੀ ਸੀ। ਮਹਾਂਭਾਰਤ ਕਾਲ ਵਿੱਚ ਵੀ ਬੈਲ ਗੱਡੀਆਂ ਦੀ ਵਰਤੋਂ ਦੇ ਅਨੇਕਾਂ ਉਦਾਹਰਣ ਮਿਲਦੇ ਨੇ। ਇਸ ਕਾਲ ਵਿੱਚ ਰੰਗ ਬਿਰੰਗੇ ਸਜਾਵਟ ਵਾਲੇ ਸਕਟਾਂ ਨੂੰ ਦਾਨ ਦੇਣ ਦਾ ਉਲੇਖ ਵੀ ਮਿਲਦਾ ਹੈ। ਅੱਗੇ ਹੈ ਕੌਟਲਿਆ ਨੇ ਅਰਥ ਸ਼ਾਸਤਰ ਦੇ ਵਿੱਚ ਬੈਲ ਗੱਡੀਆਂ ਨੂੰ ਆਵਾਜਾਈ ਦਾ ਸਭ ਤੋਂ ਪ੍ਰਮੁੱਖ ਸਾਧਨ ਦੱਸਿਆ ਹੈ, ਅਤੇ ਆਮ ਤੌਰ 'ਤੇ ਬੈਲ ਗੱਡੀਆਂ ਨੂੰ ਬੈਲਾਂ ਦੁਆਰਾ ਹੀ ਜੁੜਿਆ ਜਾਂਦਾ ਸੀ। ਕੁਝ ਸਥਾਨਾਂ ਵਿੱਚ ਇਹਨਾਂ ਨੂੰ ਊਂਠਾਂ ਦੁਆਰਾ ਖਿੱਚੇ ਜਾਣ ਦਾ ਵੀ ਜ਼ਿਕਰ ਹੈ। ਊਂਠਾਂ ਦੀ ਵਰਤੋਂ ਰਾਜਸਥਾਨ ਦੇ ਵਿੱਚ ਕੀਤੀ ਜਾਂਦੀ ਸੀ।
ਹੁਣ ਰਾਜਸਥਾਨ ਦੇ ਵਿੱਚ ਕਿਉਂ, ਕਿਉਂਕਿ ਉੱਥੇ ਪਾਣੀ ਦੀ ਸ਼ਾਰਟੇਜ ਹੈਗੀ ਆ ਅਤੇ ਊਂਠ ਆਪਣੇ ਕਹਿੰਦੇ ਅੰਦਰ ਪਾਣੀ ਜਿਹੜਾ ਹੈ ਜਮ੍ਹਾਂ ਰੱਖਦਾ ਅਤੇ ਕਈ ਦਿਨ ਬਿਨਾਂ ਪਾਣੀ ਪੀਤੇ ਲੰਘ ਸਕਦਾ ਹੈ, ਇਸ ਕਰਕੇ ਇਹਦੀ ਵਰਤੋਂ ਰਾਜਸਥਾਨ 'ਚ ਹੁੰਦੀ ਹੈ। ਠੀਕ ਆ। ਉਸ ਸਮੇਂ ਛੋਟੀਆਂ ਬੈਲ ਗੱਡੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਇਹਨਾਂ ਨੂੰ ਸ਼ਕਤੀ ਕਿਹਾ ਜਾਂਦਾ ਸੀ। ਇਹਨਾਂ ਵਿੱਚ ਆਮ ਤੌਰ 'ਤੇ ਇੱਕ ਬੈਲ ਲੱਗਿਆ ਹੁੰਦਾ ਸੀ ਅਤੇ ਵੱਡੇ ਸ਼ਕਟਾਂ ਨੂੰ 8-8 ਬੈਲ ਜਾਂ ਬਲਦ ਵੀ ਲੱਗੇ ਹੁੰਦੇ ਸੀ। ਪਤੰਜਲੀ ਕਾਲ ਦੇ ਵਿੱਚ ਬੈਲ ਗੱਡੀਆਂ 2 ਤਰ੍ਹਾਂ ਦੀਆਂ ਹੁੰਦੀਆਂ ਸੀ, ਇੱਕ ਸਨ ਖੁੱਲ੍ਹੀਆਂ ਅਤੇ ਇੱਕ ਬੰਦ। ਖੁੱਲ੍ਹੀ ਬੈਲ ਗੱਡੀਆਂ ਦੀ ਵਰਤੋਂ ਸਮਾਨ ਦੀ ਢੋਆ ਢੋਆਈ ਲਈ ਕੀਤੀ ਜਾਂਦੀ ਸੀ ਅਤੇ ਬੰਦ ਬੈਲ ਗੱਡੀਆਂ ਦੀ ਵਰਤੋਂ ਸਵਾਰੀਆਂ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਣ ਲਈ ਕੀਤੀ ਜਾਂਦੀ ਸੀ। ਇੱਕ ਬੈਲ ਗੱਡੀ ਵਿੱਚ ਆਮ ਤੌਰ 'ਤੇ 4 ਤੋਂ 5 ਸਵਾਰੀਆਂ ਆਰਾਮ ਨਾਲ ਬੈਠ ਜਾਂਦੀਆਂ ਸੀ। ਬੰਦ ਬੈਲ ਗੱਡੀਆਂ ਵਿੱਚ ਸਵਾਰੀਆਂ ਦਾ ਧੁੱਪ ਅਤੇ ਵਰਖਾ ਤੋਂ ਬਚਾਅ ਹੁੰਦਾ ਸੀ। ਆਮ ਤੌਰ 'ਤੇ ਸਵਾਰੀਆਂ ਲਈ ਇਸ ਬੈਲ ਗੱਡੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹਨਾਂ ਬੈਲ ਗੱਡੀਆਂ ਦੀ ਕਈ ਤਰ੍ਹਾਂ ਨਾਲ ਸਜਾਵਟ ਵੀ ਕੀਤੀ ਜਾਂਦੀ ਸੀ। ਕਈ ਵਾਰੀ ਸਵਾਰੀਆਂ ਲਈ ਖੁੱਲ੍ਹੀ ਬੈਲ ਗੱਡੀਆਂ ਦੀ ਵੀ ਵਰਤੋਂ ਕਰ ਲਈ ਜਾਂਦੀ ਸੀ। ਹੁਣ ਕਹਿਣ ਦਾ ਮਤਲਬ ਕਿ ਆਪਾਂ ਜਿਹੜੀਆਂ ਇਹਨਾਂ ਦੀ ਵਰਤੋਂ ਹੈਗੀ ਬਟ ਇਹ ਵੱਖੋ ਵੱਖਰੇ ਕਾਲ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਸੀ ਉਹ ਥੋੜ੍ਹਾ ਜਿਹਾ ਡਿਟੇਲ ਦੇ ਦੇਣੀ ਹੈਗਾ। ਵਿਸ਼ਾ ਸੌਖਾ ਹੈ, ਕੋਈ ਔਖਾ ਨਹੀਂ ਹੈਗਾ। ਠੀਕ ਆ। ਅਤੇ ਉਂਝ ਜੇ ਤੁਸੀਂ ਬਹੁਤਾ ਸਿੰਪਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਸ ਇਕੱਲਾ ਵੀ ਲਿਖ ਸਕਦੇ ਹੋ, ਕੋਈ ਐਡੀ ਗੱਲ ਨਹੀਂ ਹੈਗੀ ਵੀ ਵੱਖੋ ਵੱਖਰੇ ਸਮਿਆਂ ਦੇ ਵਿੱਚ ਸਾਰਿਆਂ ਦਾ ਤੁਸੀਂ ਸਮ ਅਪ ਵੀ ਕਰ ਸਕਦੇ ਹੈਗੇ ਹੋ ਵੀ ਆਲਮੋਸਟ ਸਾਰੇ ਕਾਲਾਂ ਦੇ ਵਿੱਚ ਇਹ ਬੈਲ ਗੱਡੀਆਂ ਦੀ ਵਰਤੋਂ ਆਵਾਜਾਈ ਦੇ ਸਾਧਨ ਵਜੋਂ ਕੀਤੀ ਜਾਂਦੀ ਸੀਗੀ। ਅੱਗੇ ਹੈਗੇ ਨੇ ਰੱਥ। ਪ੍ਰਾਚੀਨ ਕਾਲ ਦੇ ਵਿੱਚ ਭਾਰਤ ਵਿੱਚ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਉਹਨਾਂ ਵਿੱਚ ਰੱਥਾਂ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਵੈਦਿਕ ਕਾਲ ਦੇ ਵਿੱਚ ਰੱਥਾਂ ਦੀ ਸਭ ਤੋਂ ਪਹਿਲਾਂ ਵਰਤੋਂ ਦੇ ਉਦਾਹਰਣ ਮਿਲਦੇ ਨੇ। ਬੋਧੀਸੱਤਵ 1 ਮਹੀਨੇ ਵਿੱਚ 6 ਵਾਰੀ ਸਫੈਦ ਰੰਗ ਦੇ ਰੱਥ ਹਾਥੀ 'ਤੇ ਸਵਾਰ ਹੋ ਕੇ ਦਾਨਸ਼ਾਲਾ ਜਾਂਦੇ ਸੀਗੇ। ਇਸ ਹਾਥੀ ਨੂੰ ਬਹੁਮੁੱਲੇ ਹੀਰੇ ਮੋਤੀ ਅਤੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਜਾਂਦਾ ਸੀ। ਇਸ ਤਰ੍ਹਾਂ ਰਾਜਿਆਂ ਦੇ ਹਾਥੀ ਵੀ ਸਵਾਰੀ ਲਈ ਕੀ ਕਰ ਲਿਆ। ਰੱਥਾਂ ਦੀ ਵਰਤੋਂ ਆਮ ਤੌਰ 'ਤੇ ਰਾਜਿਆਂ ਦੁਆਰਾ, ਕੁਲੀਨ ਵਰਗ ਦੁਆਰਾ ਅਤੇ ਯੁੱਧ ਸਮੇਂ ਕੀਤੀ ਜਾਂਦੀ ਸੀ। ਕੁਲੀਨ ਵਰਗ ਹੁੰਦਾ ਜਿਹੜਾ ਰਾਜਿਆਂ ਦੇ ਨਾਲ ਸੰਬੰਧਿਤ ਹੁੰਦਾ। ਠੀਕ ਹੈ। ਜਾਤਕ ਕਥਾਵਾਂ ਦੇ ਵਿੱਚ ਰੱਥਾਂ ਦਾ ਵਿਸਥਾਰਪੂਰਵਕ ਵਰਣਨ ਮਿਲਦਾ ਹੈ। ਇਹਨਾਂ ਰੱਥਾਂ ਨੂੰ 2 ਜਾਂ 4 ਘੋੜਿਆਂ ਦੁਆਰਾ ਖਿੱਚਿਆ ਜਾਂਦਾ ਸੀ। ਰੱਥ ਦੀ ਸਵਾਰੀ ਸਮਾਜ ਦੇ ਧਨੀ ਲੋਕਾਂ, ਰਾਜਿਆਂ ਤੋਂ ਇਲਾਵਾ ਕਦੇ ਕਦੇ ਸਧਾਰਨ ਲੋਕ ਵੀ ਇਹ 'ਚ ਸਵਾਰੀ ਕਰ ਲੈਂਦੇ ਸੀ। ਰਾਜ ਦੀਆਂ ਪ੍ਰਸਿੱਧ ਬੇਸਵਾਵਾਂ ਵੀ ਰੱਥਾਂ ਦੀ ਵਰਤੋਂ ਕਰਦੀਆਂ ਸੀ। ਵੱਡੇ ਪਰਿਵਾਰਾਂ ਦੇ ਲੋਕ ਇਕੱਠੇ ਯਾਤਰਾ ਕਰਨ ਲਈ ਬਹੁਤ ਵੱਡੇ ਰੱਥ ਵੀ ਬਣਾਉਂਦੇ ਸੀਗੇ। ਧਨੀ ਵਪਾਰੀ ਆਪਣਾ ਮਾਲ ਵੇਚਣ ਲਈ ਰੱਥ ਦੀ ਵਰਤੋਂ ਕਰਦੇ ਸੀ। ਪ੍ਰਾਚੀਨ ਕਾਲ ਦੇ ਵਿੱਚ ਬੈਲ ਗੱਡੀਆਂ ਵਾਂਗ ਰੱਥ ਵੀ ਕਾਫਲਿਆਂ ਦੇ ਰੂਪ ਦੇ ਵਿੱਚ ਚੱਲਦੇ ਸੀ। ਅਜਿਹਾ ਸੁਰੱਖਿਆ ਦੇ ਪੱਖੋਂ ਕੀਤਾ ਜਾਂਦਾ ਸੀਗਾ। ਜਾਤਕ ਕਥਾਵਾਂ ਦੇ ਵਿੱਚ ਰੱਥਾਂ ਦੀ ਸੁੰਦਰ ਸਜਾਵਟ ਦਾ ਵੀ ਵਰਣਨ ਮਿਲਦਾ ਹੈ। ਕਈ ਰੱਥ ਬੜੇ ਬਹੁਮੁੱਲੇ ਹੁੰਦੇ ਸੀਗੇ ਅਤੇ ਇਹਨਾਂ ਰੱਥਾਂ ਨੂੰ ਬਹੁਮੁੱਲੇ ਹੀਰੇ ਅਤੇ ਮੋਤੀਆਂ ਨਾਲ ਸਜਾਇਆ ਜਾਂਦਾ ਸੀ ਅਤੇ ਕਈਆਂ ਦੇ ਉੱਤੇ ਸੁੰਦਰ ਚਿੱਤਰਕਾਰੀ ਵੀ ਕੀਤੀ ਸੀ ਅਤੇ ਇਹਨਾਂ ਉੱਤੇ ਚੰਦ, ਹਾਥੀ, ਬੈਲ, ਘੋੜੇ ਆਦਿ ਕਈ ਤਰ੍ਹਾਂ ਦੇ ਜਿਹੜੇ ਜੀਵਾਂ ਨੂੰ ਉਕਰਿਆ ਜਾਂਦਾ ਸੀਗਾ। ਇੱਕ ਜਾਤਕ ਕਥਾ ਵਿੱਚ ਦੇਵਤਿਆਂ ਦੇ ਰਾਜਾ ਇੰਦਰ ਦੇ ਰੱਥ ਦਾ ਵਰਣਨ ਵੀ ਮਿਲਦਾ ਹੈ। ਇਸ ਅਨੁਸਾਰ ਇਹ ਰੱਥ ਇੰਨਾ ਵਿਸ਼ਾਲ ਸੀ ਕਿ ਇਸ ਨੂੰ ਖਿੱਚਣ ਲਈ ਬਹੁਤ ਵਧੀਆ ਨਸਲ ਦੇ 1000 ਘੋੜੇ ਲੱਗੇ ਹੋਏ ਸੀਗੇ। ਭਾਵੇਂ ਇਹ ਵਰਣਨ ਸਹੀ ਤਾਂ ਨਹੀਂ ਜਾਪਦਾ, ਪਰੰਤੂ ਇਸ ਨੂੰ ਦੇਵਤਿਆਂ ਦੇ ਸੰਬੰਧ ਵਿੱਚ ਸਹੀ ਮੰਨਿਆ ਜਾ ਸਕਦਾ ਹੈ। ਉਸ ਸਮੇਂ ਜਿਹੜੇ ਰਾਜਿਆਂ ਦੁਆਰਾ ਵਰਤੇ ਜਾਣ ਵਾਲੇ ਅਤੀ ਸੁੰਦਰ ਰੱਥਾਂ ਦਾ ਵੀ ਵਰਣਨ ਮਿਲਦਾ ਹੈ। ਇਹਨਾਂ ਰੱਥਾਂ ਵਿੱਚ ਲਗਾਏ ਜਾਣ ਵਾਲੇ ਘੋੜੇ ਵਿਸ਼ੇਸ਼ ਨਸਲ ਦੇ ਹੁੰਦੇ ਸੀ। ਉਹਨਾਂ ਨੂੰ ਯੁੱਧ ਵਿੱਚ ਜਾਣ ਲਈ ਵਿਸ਼ੇਸ਼ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਸੀ। ਇਹਨਾਂ ਘੋੜਿਆਂ ਦੇ ਗਲਾਂ ਵਿੱਚ ਬਹੁਮੁੱਲੀਆਂ ਮਾਲਾਵਾਂ ਵੀ ਪਹਿਨੀਆਂ ਹੁੰਦੀਆਂ ਸੀ ਅਤੇ ਜਾਤਕ ਕਥਾਵਾਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੁਆਰਾ ਵਿਸ਼ੇਸ਼ ਪ੍ਰਕਾਰ ਦੇ ਰੱਥਾਂ ਨੂੰ ਦਾਨ ਦੇਣ ਦਾ ਵੀ ਜ਼ਿਕਰ ਹੈ ਅਤੇ ਇਹਨਾਂ ਦੇ ਵਿੱਚ ਹੀ ਪਰਦੇ ਵਾਲੇ ਅਤੇ ਫੁੱਲਾਂ ਵਾਲੇ ਰੱਥਾਂ ਦਾ ਵੀ ਵਰਣਨ ਮਿਲਦਾ। ਹੁਣ ਇੱਥੇ ਗੱਲ ਕੀ ਹੈ ਵੀ ਜਾਤਕ ਕਥਾਵਾਂ ਨੇ ਜਿਹੜੀਆਂ ਉਸ ਸਮੇਂ ਦੇ ਸੰਬੰਧ ਦੇ ਵਿੱਚ ਲਿਖੀਆਂ ਹੋਈਆਂ ਮਿਲਦੀਆਂ ਨੇ ਅਤੇ ਉਹਨਾਂ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਮਿਲਦਾ ਹੈਗਾ। ਇਸ ਤਰ੍ਹਾਂ ਦੇ ਰੱਥਾਂ ਦੀ ਵਰਤੋਂ ਰਾਣੀਆਂ ਦੁਆਰਾ ਜਾਂ ਹੋਰ ਕੁਲੀਨ ਵਰਗ ਦੀਆਂ ਇਸਤਰੀਆਂ ਦੁਆਰਾ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾਣ ਲਈ ਸਵਾਰੀ ਲਈ ਕੀਤਾ ਜਾਂਦਾ ਸੀਗਾ। ਫੁੱਲਾਂ ਵਾਲੇ ਰੱਥਾਂ ਦੀ ਵਰਤੋਂ ਰਾਜਿਆਂ ਦੁਆਰਾ ਅਤੇ ਕੁਲੀਨ ਵਰਗ ਦੇ ਲੋਕਾਂ ਦੁਆਰਾ ਖਾਸ ਮੌਕਿਆਂ ਉੱਤੇ ਕੀਤੀ ਜਾਂਦੀ ਸੀ। ਮਹਾਂਕਾਵਾਂ ਰਾਮਾਇਣ ਅਤੇ ਮਹਾਂਭਾਰਤ ਇੱਕ ਜ਼ਮੀਨੀ ਆਵਾਜਾਈ ਦੇ ਸਾਧਨਾਂ ਵਿੱਚ ਰੱਥਾਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ। ਹੁਣ ਰਾਮਾਇਣ ਅਤੇ ਮਹਾਂਭਾਰਤ ਆਮ ਅਸੀਂ ਦੇਖਦੇ ਵੀ ਹਾਂ ਹੁਣ ਅੱਜ ਕੱਲ੍ਹ ਅਤੇ ਸੀਰੀਅਲਾਂ ਦੇ ਵਿੱਚ ਵੀ ਦੇਖਦੇ ਹੈਗੇ ਹਾਂ ਤਾਂ ਉਹਦੇ ਵਿੱਚ ਰੱਥਾਂ ਦੀ ਵਰਤੋਂ ਹੁੰਦੀ ਹੈ। ਰਾਮਾਇਣ ਵਿੱਚ ਰੱਥਾਂ ਨੂੰ 2, 4 ਜਾਂ ਫਿਰ 8 ਘੋੜਿਆਂ ਦੁਆਰਾ ਖਿੱਚਣ ਦਾ ਵਰਣਨ ਹੈ ਅਤੇ ਰਾਮਾਇਣ ਵਿੱਚ 3 ਤਰ੍ਹਾਂ ਦੇ ਰੱਥਾਂ ਦਾ ਵਰਣਨ ਮਿਲਦਾ ਹੈ। ਇਹਨਾਂ ਦੇ ਨਾਂ ਨੇ ਔਪਵਾਹ ਰੱਥ, ਸੰਗਰਾਮਿਕ ਰੱਥ ਅਤੇ ਪੁਸ਼ਪ ਰੱਥ। ਔਪਵਾਹ ਰੱਥ ਵਿੱਚ 2 ਘੋੜੇ ਲੱਗੇ ਹੁੰਦੇ ਸੀ।
ਇਹ ਸਵਾਰੀ ਢੋਣ ਦੇ ਕੰਮ ਆਉਂਦਾ ਸੀ। ਸੰਗਰਾਮਿਕ ਰੱਥ, ਇਸ ਰੱਥ ਦੀ ਵਰਤੋਂ ਯੁੱਧ ਸਮੇਂ ਕੀਤੀ ਜਾਂਦੀ ਸੀ। ਇਸ ਵਿੱਚ ਲੱਗੇ ਹੋਏ ਘੋੜੇ ਖਾਸ ਨਸਲ ਦੇ ਅਤੇ ਸਿਖਲਾਈ ਪ੍ਰਾਪਤ ਹੁੰਦੇ ਸੀ ਅਤੇ ਇਹਨਾਂ ਘੋੜਿਆਂ ਨੂੰ ਵਿਦੇਸ਼ਾਂ ਤੋਂ ਮੰਗਾਇਆ ਜਾਂਦਾ ਸੀ। ਅਤੇ ਪੁਸ਼ਪ ਰੱਥ ਕਿਹੜੇ ਹੁੰਦੇ ਸੀ? ਪੁਸ਼ਪ ਦਾ ਮਤਲਬ ਹੁੰਦਾ ਵੀ ਦੇਖੋ ਵੈਸੇ ਫੁੱਲ ਹੁੰਦਾ ਹੈ ਨਾ। ਤਾਂ ਇਹਨਾਂ ਰਥਾਂ ਦੀ ਵਰਤੋਂ ਰਾਜਿਆਂ, ਮਹਾਰਾਜਿਆਂ ਅਤੇ ਕੁਲੀਨ ਵਰਗ ਦੇ ਲੋਕਾਂ ਦੁਆਰਾ ਸੈਰ ਸਪਾਟਿਆਂ 'ਤੇ ਜਾਣ ਸਮੇਂ ਕੀਤੀ ਜਾਂਦੀ ਸੀਗੀ। ਰਾਮਾਇਣ ਵਿੱਚ ਰਾਵਣ ਦੇ ਰੱਥ ਦਾ ਵਰਣਨ ਕਰਦੇ ਹੋਏ ਦੱਸਿਆ ਹੈ ਕਿ ਉਸ ਦਾ ਰੱਥ ਸੋਨੇ ਦਾ ਬਣਿਆ ਹੋਇਆ ਸੀ। ਇਸ ਨੂੰ ਵਿਸ਼ੇਸ਼ ਅਤੇ ਬਹੁਮੁੱਲੇ ਰਤਨਾਂ ਨਾਲ ਸਜਾਇਆ ਹੋਇਆ ਸੀ ਅਤੇ ਇਸ ਨੂੰ ਗੰਧਰਵ ਰੱਥ ਵੀ ਕਿਹਾ ਜਾਂਦਾ ਸੀਗਾ। ਅਤੇ ਇਹ ਰੱਥ ਇੱਕ ਦਿਨ ਦੇ ਵਿੱਚ 14 ਯੋਜਨ ਤੱਕ ਜਾਂਦਾ ਸੀ। ਹੁਣ ਯੋਜਨ ਕੀ ਹੈ ਬੇਟੇ? ਇਹ ਜਿਵੇਂ ਆਪਾਂ ਮੀਲਾਂ ਨਹੀਂ ਅੱਜ ਕੱਲ੍ਹ ਮਿਣਤੀ ਦਾ ਜਿਹੜਾ ਇਕਾਈ ਹੈ ਉਹ ਆਪਾਂ ਮੀਲਾਂ ਦੇ ਵਿੱਚ ਜਾਂ ਕਿਲੋਮੀਟਰਾਂ ਦੇ ਵਿੱਚ ਕਰਦੇ ਹਾਂ, ਪਰ ਉਸ ਸਮੇਂ ਯੋਜਨ ਜਿਹੜਾ ਹੈ ਮਿਣਤੀ ਦੀ ਇਕਾਈ ਸੀ। ਠੀਕ ਹੈ, ਇੱਕ ਥਾਂ ਤੋਂ ਦੂਜੇ ਥਾਂ ਦੀ ਜਿਹੜੀ ਵਿੱਥ ਹੈ ਉਸ ਨੂੰ ਮਿਣਤੀ ਦੀ ਇਕਾਈ ਸੀ ਯੋਜਨ। ਮਹਾਭਾਰਤ ਵਿੱਚ ਅਰਜੁਨ ਕਰਨ ਦੇ ਯੁੱਧ ਦੇ ਵਿੱਚ ਨਾਲ ਸੰਬੰਧਿਤ ਰਥਾਂ ਦਾ ਵਿਸਥਾਰਪੂਰਵਕ ਵਰਣਨ ਮਿਲਦਾ ਹੈ ਅਤੇ ਇਸ ਕਾਲ ਦੇ ਵਿੱਚ ਰੱਥ ਸੈਨਾ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਸੀਗਾ। ਕੌਟਲਿਆ ਨੇ ਅਰਥ ਸ਼ਾਸਤਰ ਵਿੱਚ ਵਿਭਿੰਨ ਰੱਥ ਮਾਰਗਾਂ ਦਾ ਵੀ ਉਲੇਖ ਕੀਤਾ ਹੈਗਾ। ਜੇ ਉਹ ਰੱਥ ਜਿਹੜਾ ਚੰਗੇ ਮਾਰਗਾਂ ਦੀ ਤਰ੍ਹਾਂ ਉੱਗੜ ਵਗੜ ਮਾਰਗਾਂ 'ਤੇ ਵੀ ਆਸਾਨੀ ਨਾਲ ਚੱਲ ਸਕੇ, ਉਸ ਨੂੰ ਸਰਬਾ ਪਥਹੀਨ ਕਿਹਾ ਜਾਂਦਾ ਸੀ। ਅਤੇ ਕੌਟਲਿਆ ਨੇ ਰਥਾਂ ਦੀ ਦੇਖਭਾਲ ਲਈ ਇੱਕ ਵੱਖਰੇ ਰਾਜਸੀ ਵਿਭਾਗ ਦੀ ਸਥਾਪਨਾ ਦੀ ਸਲਾਹ ਵੀ ਦਿੱਤੀ ਸੀ। ਇਸ ਵਿਭਾਗ ਦੇ ਅਧਿਕਾਰੀ ਨੂੰ ਰੱਥਾਧਿਕਸ਼ ਵੀ ਕਿਹਾ ਜਾਂਦਾ ਸੀ। ਇਹ ਅਧਿਕਾਰੀ ਯੁੱਧ ਦੇ ਸਮੇਂ ਰੱਥ ਦੇ ਨਾਲ ਰਹਿੰਦਾ ਸੀ ਅਤੇ ਸ਼ਾਂਤੀ ਦੇ ਸਮੇਂ ਇਹ ਅਧਿਕਾਰੀ ਰੱਥ ਸੈਨਾ ਦਾ ਨਿਰੀਖਣ ਕਰਦਾ ਸੀ ਅਤੇ ਯੁੱਧ ਹੋਣ ਦੀ ਸਥਿਤੀ ਵਿੱਚ ਯੋਜਨਾਵਾਂ ਤਿਆਰ ਕਰਦਾ ਸੀ। ਅਤੇ ਇਸ ਵਰਣਨ ਤੋਂ ਸਪਸ਼ਟ ਹੈ ਕਿ ਮੌਰੀਆ ਕਾਲ ਵਿੱਚ ਰੱਥ ਸੈਨਾ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਸੀਗਾ। ਮੌਰੀਆ ਕਾਲ ਵਿੱਚ ਸ਼ੁੰਗ, ਗੁਪਤ, ਸਾਤਵਾਹਨ, ਕੁਸ਼ਾਣ ਅਤੇ ਰਾਜਪੂਤ ਕਾਲ ਵਿੱਚ ਵੀ ਰੱਥ ਸੈਨਾ ਨੂੰ ਬਹੁਤ ਮਹੱਤਵਪੂਰਨ ਸਮਝਿਆ ਜਾਂਦਾ ਸੀਗਾ। ਅੱਗੇ ਹੈ ਪਾਲਕੀ। ਪ੍ਰਾਚੀਨ ਕਾਲ ਭਾਰਤ ਵਿੱਚ ਜ਼ਮੀਨੀ ਆਵਾਜਾਈ ਦਾ ਇੱਕ ਹੋਰ ਪ੍ਰਮੁੱਖ ਸਾਧਨ ਕੀ ਸੀਗਾ? ਪਾਲਕੀ। ਪਾਲਕੀ ਦੀ ਸਵਾਰੀ ਨੂੰ ਸਮਾਜ ਵਿੱਚ ਪ੍ਰਤਿਸ਼ਠਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ, ਮਤਲਬ ਵੀ ਆਪਣਾ ਸਟੇਟਸ ਸਿੰਬਲ ਮੰਨਿਆ ਜਾਂਦਾ ਸੀਗਾ। ਪਾਲਕੀ ਦੀ ਸਵਾਰੀ ਆਮ ਤੌਰ 'ਤੇ ਇਸਤਰੀਆਂ ਦੁਆਰਾ ਅਤੇ ਸਮਾਜ ਦੇ ਕੁਲੀਨ ਵਰਗ ਦੇ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਸੀ। ਪਾਲਕੀ ਨੂੰ ਚੁੱਕਣ ਲਈ 2 ਬਾਂਸ ਦੇ ਡੰਡੇ ਅੱਗੇ ਅਤੇ 2 ਬਾਂਸ ਦੇ ਡੰਡੇ ਪਿੱਛੇ ਲੱਗੇ ਹੁੰਦੇ ਸੀਗੇ। ਇਹਨੂੰ ਹੁਣ ਆਪਾਂ ਜਿਸ ਤਰ੍ਹਾਂ ਅੱਜ ਕੱਲ੍ਹ ਗੱਡੀਆਂ ਨੇ ਨਾ, ਗੱਡੀਆਂ ਦੇ ਪਹੀਏ ਲੱਗੇ ਹੁੰਦੇ ਨੇ, ਅੱਗੇ 2 ਪਿੱਛੇ 2, ਬਸ ਉਹਦੀ ਥਾਂ 'ਤੇ ਡੰਡੇ ਲੱਗੇ ਹੁੰਦੇ ਸੀ। ਉਹਨੂੰ ਜਿਹੜਾ ਹੈ ਇੱਥੇ ਗੱਡੀ ਦੇ ਪਹੀਏ ਚੱਕਦੇ ਨੇ ਗੱਡੀ ਨੂੰ, ਹੁਣ ਉੱਥੇ ਉਦੋਂ ਉਸ ਸਮੇਂ ਉਹ ਬੰਦੇ ਚੱਕਦੇ ਸੀਗੇ, ਇਹ ਫਰਕ ਸੀਗਾ। ਠੀਕ ਹੈ, ਅਤੇ ਇੱਕ ਪਾਲਕੀ ਨੂੰ 4 ਬੰਦਿਆਂ ਦੁਆਰਾ ਮੋਢਿਆਂ 'ਤੇ ਚੁੱਕ ਕੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲਿਜਾਇਆ ਜਾਂਦਾ ਸੀ। ਪਾਲਕੀ 'ਤੇ ਕਈ ਤਰ੍ਹਾਂ ਦੀ ਸਜਾਵਟ ਵੀ ਹੁੰਦੀ ਸੀ। ਪਾਲਕੀ ਵਿੱਚ ਵਿਆਹੀ ਕੁੜੀ ਦੀ ਡੋਲੀ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਲੈ ਜਾਣ ਦਾ ਵਰਣਨ ਵੀ ਮਿਲਦਾ ਹੈ ਅਤੇ ਜਿਸ ਨੂੰ ਜਿਹੜਾ ਹੈ ਪਾਲਕੀ ਨੂੰ ਜਿਹੜੇ ਚੱਕਦੇ ਸੀ ਉਹਨੂੰ ਕਹਾਰ ਕਿਹਾ ਜਾਂਦਾ ਸੀਗਾ। ਠੀਕ ਹੈ, ਪ੍ਰਾਚੀਨ ਕਾਲ ਵਿੱਚ ਪਾਲਕੀ ਦੀ ਵਰਤੋਂ ਯੁੱਧ ਸਮੇਂ ਵੀ ਕੀਤੀ ਜਾਂਦੀ ਸੀ। ਯੁੱਧ ਸਮੇਂ ਰਾਣੀਆਂ ਪਾਲਕੀ ਵਿੱਚ ਸਵਾਰ ਹੋ ਕੇ ਯੁੱਧ ਖੇਤਰ ਵਿੱਚ ਜਾਂਦੀਆਂ ਸੀ। ਪਾਲਕੀ ਵਿੱਚ ਆਰਾਮ ਨਾਲ ਬੈਠਣ ਲਈ ਖੁੱਲ੍ਹੀ ਥਾਂ ਬਣਾਈ ਜਾਂਦੀ ਸੀ ਅਤੇ ਗੱਦੇ ਲਾਏ ਜਾਂਦੇ ਸਨ। ਪਾਲਕੀ ਨੂੰ ਸਜਾਉਣ ਲਈ ਕਈ ਸ਼ਿਲਪੀਆਂ ਦੁਆਰਾ ਚਿੱਤਰ ਵੀ ਬਣਾਏ ਜਾਂਦੇ ਸੀ। ਰਾਮਾਇਣ ਵਿੱਚ ਇਸ ਤਰ੍ਹਾਂ ਦੀਆਂ ਪਾਲਕੀਆਂ ਦਾ ਵਰਣਨ ਮਿਲਦਾ ਹੈ। ਮਹਾਭਾਰਤ ਦੇ ਵਿੱਚ ਵਰਣਨ ਮਿਲਦਾ ਹੈ ਕਿ ਪਾਲਕੀ ਦੀ ਵਰਤੋਂ ਰਾਜਿਆਂ ਦੁਆਰਾ, ਕੁਲੀਨ ਵਰਗ ਦੇ ਲੋਕਾਂ ਦੁਆਰਾ, ਇਸਤਰੀਆਂ ਦੁਆਰਾ ਅਤੇ ਬਜ਼ੁਰਗ ਵਿਅਕਤੀਆਂ ਨੂੰ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਲਈ ਕੀਤੀ ਜਾਂਦੀ ਸੀਗੀ। ਅਤੇ ਵੈਦਿਕ ਕਾਲ ਵਿੱਚ ਹਾਥੀ ਦੀ ਸਵਾਰੀ ਦੇ ਉਦਾਹਰਣ ਵੀ ਮਿਲਦੇ ਨੇ। ਕੌਟਲਿਆ ਨੇ ਅਰਥ ਸ਼ਾਸਤਰ ਵਿੱਚ ਲਿਖਿਆ ਹੈ ਕਿ ਉਸ ਸਮੇਂ ਸਮਾਜ ਵਿੱਚ ਪਾਲਕੀ ਦਾ ਕਾਫੀ ਪ੍ਰਚਲਨ ਸੀ। ਕੌਟਲਿਆ ਨੇ ਲਿਖਿਆ ਹੈ ਕਿ ਉਸ ਸਮੇਂ ਸਮਾਜ ਵਿੱਚ 3 ਤਰ੍ਹਾਂ ਦੀਆਂ ਵੇਸ਼ਵਾਵਾਂ ਕਨਿਸ਼ਟਾ, ਮੱਧਿਅਮ ਅਤੇ ਉੱਤਮਾ ਹੁੰਦੀਆਂ ਸੀ ਅਤੇ ਉੱਤਮ ਵੇਸ਼ਵਾਵਾਂ ਆਮ ਤੌਰ 'ਤੇ ਰਾਜਾ ਦੇ ਰੱਥ ਜਾਂ ਪਾਲਕੀ ਵਿੱਚ ਸਵਾਰ ਹੋ ਕੇ ਜਾਂਦੀਆਂ ਸੀ। ਇਸ ਤੋਂ ਸਪਸ਼ਟ ਹੈ ਕਿ ਮੌਰੀਆ ਕਾਲ ਵਿੱਚ ਪਾਲਕੀਆਂ ਦੀ ਵਰਤੋਂ ਰਾਜਾ, ਮਹਾਰਾਜਾ, ਰਾਣੀਆਂ, ਕੁਲੀਨ ਵਰਗ ਦੇ ਲੋਕਾਂ ਅਤੇ ਵੇਸ਼ਵਾਵਾਂ ਵੀ ਕਰਦੀਆਂ ਸਨ। ਪਾਲਕੀ ਦੀ ਵਰਤੋਂ ਦਾ ਪ੍ਰਚਲਨ ਰਾਜਪੂਤ ਕਾਲ ਦੇ ਵਿੱਚ ਬਹੁਤ ਵੱਧ ਗਿਆ ਸੀ। ਅੱਗੇ ਹੈ ਹਾਥੀ। ਪ੍ਰਾਚੀਨ ਕਾਲ ਭਾਰਤ ਵਿੱਚ ਜ਼ਮੀਨੀ ਆਵਾਜਾਈ ਦਾ ਇੱਕ ਹੋਰ ਪ੍ਰਮੁੱਖ ਸਾਧਨ ਮੰਨਿਆ ਜਾਂਦਾ ਸੀ ਹਾਥੀ। ਇਸ ਦੀ ਵਰਤੋਂ ਸਵਾਰੀਆਂ ਇੱਕ ਸਥਾਨ ਤੋਂ ਦੂਜੇ ਥਾਂ ਤੱਕ ਲਿਜਾਣ ਲਈ, ਮਾਲ ਦੀ ਢੋਆ ਢੁਆਈ ਲਈ ਅਤੇ ਯੁੱਧ ਵਿੱਚ ਦੁਸ਼ਮਣਾਂ 'ਤੇ ਕਾਬੂ ਪਾਉਣ ਲਈ ਕੀਤੀ ਜਾਂਦੀ ਸੀਗੀ। ਜਾਤਕ ਥਾਵਾਂ ਦੇ ਵਿੱਚ ਆਵਾਜਾਈ ਦੇ ਸਾਧਨ ਦੇ ਰੂਪ ਦੇ ਵਿੱਚ ਹਾਥੀਆਂ ਬਾਰੇ ਕਾਫੀ ਦੱਸਿਆ ਗਿਆ ਹੈ। ਉਪਾਨਯ ਨਾਂ ਦੇ ਜਾਤਕ ਵਿੱਚ ਹਸਤ ਸ਼ਿਲਪ ਦਾ ਵਰਣਨ ਕੀਤਾ ਗਿਆ ਹੈ। ਇਸ ਵਿੱਚ ਹਾਥੀਆਂ ਲਈ ਹਸਤਸ਼ਾਲਾ ਅਤੇ ਹਥਵਾਨ ਦਾ ਵਰਣਨ ਮਿਲਦਾ ਹੈ। ਹਸਤਸ਼ਾਲਾ ਦਾ ਮਤਲਬ ਕੀ ਹੈ? ਉਹ ਥਾਂ ਜਿੱਥੇ ਹਾਥੀਆਂ ਨੂੰ ਰੱਖਿਆ ਜਾਂਦਾ ਹੈ, ਅਤੇ ਹਥਵਾਨ ਦਾ ਮਤਲਬ ਜਿੱਥੇ ਜਿਹੜੇ ਉਹਨੂੰ ਕੰਟਰੋਲ ਕਰਦੇ ਸੀਗੇ। ਠੀਕ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਹਾਥੀਆਂ ਦੀ ਦੇਖਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਸਨ। ਇਸ ਸੰਬੰਧ ਦੇ ਵਿੱਚ ਹਸਤ ਵੈਦ ਦਾ ਵੀ ਵਰਣਨ ਮਿਲਦਾ ਹੈ।
ਸ਼ਿਵ ਜਾਤਕ ਵਿੱਚ ਰਾਜਾ ਨੂੰ